ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਅੱਜ ਵੈਸੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ 22 ਅਪ੍ਰੈਲ ਯਾਨੀ ਕਿ ਅਰਥ ਡੇ, ਧਰਤੀ ਦਿਵਸ। 1970 ਤੋਂ ਅਸੀਂ ਇਹ ਅਰਥ ਡੇ ਜਿਹੜਾ ਮਨਾਉਂਦੇ ਆ ਰਹੇ ਹਾਂ। ਇਹਦੀ ਮਹੱਤਤਾ ਹੁਣ ਤਾਂ ਸ਼ਾਇਦ ਬੱਚੇ ਨੂੰ ਵੀ ਪਤਾ ਹੈ ਕਿ ਅਰਥ ਡੇ ਦੀ ਜਿਹੜੀ ਮਹੱਤਤਾ ਹੈ ਉਹ ਕੀ ਹੁੰਦੀ ਹੈ। ਵਰਲਡ ਵਾਈਡ ਜਦੋਂ ਅਰਥ ਡੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਪ੍ਰੋਗਰਾਮ ਉਲੀਕੇ ਜਾਂਦੇ ਨੇ, ਬਹੁਤ ਸਾਰੇ ਥੀਮ ਰੱਖੇ ਜਾਂਦੇ ਨੇ ਹਰ ਕੰਟਰੀ ਦੇ ਵਿੱਚ, ਔਰ ਉਹਨਾਂ ਦੇ ਉੱਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜੀ ਵਾਤਾਵਰਨ ਦੀ ਸਾਂਭ ਸੰਭਾਲ ਹੈ ਉਹਦੇ ਪ੍ਰਤੀ ਸਭ ਨੂੰ ਜਾਗਰੂਕ ਕੀਤਾ ਜਾ ਸਕੇ। ਉਹ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ, ਕਿੱਥੇ ਕਮੀਆਂ ਰਹਿ ਰਹੀਆਂ ਨੇ ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ, ਉਸ 'ਤੇ ਇੱਕ ਰਿਵਿਊ ਕੀਤਾ ਜਾਂਦਾ ਹੈ। ਹਾਲਾਂਕਿ ਸਿਰਫ ਇੱਕ 22 ਅਪ੍ਰੈਲ ਦਾ ਦਿਨ ਨਹੀਂ ਹੋਣਾ ਚਾਹੀਦਾ ਵਾਤਾਵਰਨ ਦੀ ਗੱਲ ਕਰਨ ਦੇ ਲਈ ਜਾਂ ਫਿਰ ਧਰਤੀ ਦਿਵਸ ਦੀ ਗੱਲ ਕਰਨ ਦੇ ਲਈ, ਅਰਥ ਦਿਵਸ ਦੀ ਗੱਲ ਕਰਨ ਦੇ ਲਈ। ਸੋ ਇਹਦੇ ਲਈ ਸਮੇਂ-ਸਮੇਂ 'ਤੇ ਯਾਨੀ ਕਿ ਹਰ ਦਿਨ ਸਾਨੂੰ ਸਾਰਿਆਂ ਨੂੰ ਮਿਲ ਕੇ ਕੋਈ ਨਾ ਕੋਈ ਕੋਸ਼ਿਸ਼ ਜਿਹੜੀ ਹੈ ਸਾਂਝੇ ਤੌਰ ਦੇ ਉੱਤੇ ਉਹ ਜ਼ਰੂਰ ਕਰਨੀ ਚਾਹੀਦੀ ਹੈ। ਸਰਕਾਰਾਂ ਨੂੰ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਕਿ ਇਸ ਦੇ ਲਈ ਕੋਈ ਨਾ ਕੋਈ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਨੇ। ਅਜਿਹੇ ਸਟਰੋਂਗ ਪ੍ਰੋਗਰਾਮ ਲਿਆਂਦੇ ਜਾਣੇ ਚਾਹੀਦੇ ਨੇ ਜਿਹਦੇ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਹੋ ਸਕੇ, ਕਿਉਂਕਿ ਜੇ ਵਾਤਾਵਰਨ ਜਿਹੜਾ ਹੈ ਉਹੀ ਸਾਫ਼ ਸੁਥਰਾ ਰਹੇਗਾ ਤਾਂ ਅਸੀਂ ਸਾਰੇ ਵੀ ਜਿਹੜੇ ਉਹਦੇ ਨਾਲ ਤੰਦਰੁਸਤ ਰਹਿ ਸਕਦੇ ਹਾਂ। ਕੋਵਿਡ ਆਇਆ, ਕੋਵਿਡ ਨੇ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ। ਕੋਵਿਡ ਦੇ ਵਿੱਚ ਮੈਨੂੰ ਲੱਗਦਾ ਕਿ ਕੋਵਿਡ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਲਈ ਬਣਿਆ। ਹਾਲਾਂਕਿ ਉਸ ਤੋਂ ਪਹਿਲਾਂ ਵੀ ਬਹੁਤ ਤਰ੍ਹਾਂ ਦੀਆਂ ਇੱਦਾਂ ਦੀਆਂ ਬਿਮਾਰੀਆਂ ਆਈਆਂ, ਉਸ ਤੋਂ ਬਾਅਦ ਵੀ ਅੱਗੇ ਵੀ ਇਹ ਚੀਜ਼ਾਂ ਚੱਲਦੀਆਂ ਹੀ ਰਹਿਣੀਆਂ ਨੇ, ਪਰ ਕੋਵਿਡ ਇੱਕ ਕਿਉਂਕਿ ਹਾਲ ਹੀ ਦੀ ਜਿਹੜੀ ਹੈ ਕਰੰਟ ਇਸ਼ੂ ਕਹਿ ਸਕਦੇ ਹਾਂ, ਜਿਹਨੇ ਆ ਕੇ ਸਾਨੂੰ ਬੜੀਆਂ ਚੀਜ਼ਾਂ ਸਿਖਾਈਆਂ। ਸਾਡੇ ਤੌਰ ਤਰੀਕੇ, ਸਾਡਾ ਕਲਾਈਮੇਟ ਜਿਹੜਾ ਹੈ ਉਹ ਕਿੱਧਰ ਨੂੰ ਜਾ ਰਿਹਾ ਹੈ, ਵਾਤਾਵਰਨ ਜਿਹੜਾ ਉਹ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਸੋ ਕਿਵੇਂ ਸਾਡੀ ਜਿਹੜੀ ਸਿਹਤ ਦੇ ਉੱਤੇ ਕਿੰਨਾ ਕੁ ਇਹ ਚੀਜ਼ਾਂ ਅਸਰ ਪਾਉਂਦੀਆਂ ਨੇ। ਸੋ ਇਹਨਾਂ ਜਦੋਂ ਅਸਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਦੋਂ ਸਾਨੂੰ ਸਾਰਿਆਂ ਨੂੰ ਚੇਤਾ ਆਉਂਦਾ ਹੈ ਵੀ ਜੇ ਵਾਤਾਵਰਨ ਜਿਹੜਾ ਉਹ ਤੰਦਰੁਸਤ ਰਹੇਗਾ ਤਾਂ ਅਸੀਂ ਸਾਰੇ ਵੀ ਤੰਦਰੁਸਤ ਰਹਿ ਸਕਦੇ ਹਾਂ, ਆਲਾ ਦੁਆਲਾ ਵੀ ਤੰਦਰੁਸਤ ਜਿਹੜਾ ਉਹ ਸਾਡਾ ਰਹਿ ਸਕਦਾ ਹੈ। ਇਸੇ ਲਈ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਜਿਹੜੀ ਹੈ ਇਹਦੇ ਲਈ ਕੋਈ ਨਾ ਕੋਈ ਸਟਰੋਂਗ ਪ੍ਰੋਗਰਾਮ ਉਲੀਕੇ ਜਾਣ। ਹੁਣ ਇਸ ਵਾਰ ਦੇ ਜਿਹੜੇ ਕੈਨੇਡਾ ਦੀ ਗੱਲ ਅਸੀਂ ਕਰ ਲਈਏ ਤਾਂ ਵਰਲਡ ਵਾਈਡ ਆਪਣੇ ਤੌਰ ਦੇ ਉੱਤੇ ਹਰ ਕੰਟਰੀ ਕੁਛ ਨਾ ਕੁਛ ਕਰ ਰਹੀ ਹੈ। ਕੈਨੇਡਾ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਇੱਦਾਂ ਦੀਆਂ ਜਿਹੜੀਆਂ ਨੇ ਘਟਨਾਵਾਂ ਦੇਖੀਆਂ ਗਈਆਂ ਜਿਹਦੇ 'ਚ ਸਿੱਧੇ ਤੌਰ ਦੇ ਉੱਤੇ ਵਾਤਾਵਰਨ ਦੇ ਉੱਤੇ ਅਟੈਕ ਜਿਹੜਾ ਉਹ ਦਿਖਦਾ ਸੀ, ਔਰ ਉਹਦੇ ਲਈ ਸਰਕਾਰਾਂ ਦੀਆਂ ਕੋਸ਼ਿਸ਼ਾਂ ਕਿੰਨੀਆਂ ਕੁ ਹੋਈਆਂ ਇਹ ਵੀ ਸਾਫ਼ ਤੌਰ 'ਤੇ ਦਿਖਦੀਆਂ ਸੀ। ਅੱਜ ਇਸੇ ਸੰਬੰਧੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਅਰਥ ਡੇ ਦਾ ਜਿਹੜਾ ਉਹ ਮਤਲਬ ਕੀ ਹੁੰਦਾ ਹੈ, ਤਾਂ ਕਿ ਇੱਕ ਦਿਨ ਹੀ ਸਿਰਫ ਸਾਨੂੰ ਇਸ ਦੀ ਗੱਲ ਕਰਨੀ ਚਾਹੀਦੀ ਹੈ ਜਾਂ ਸਾਨੂੰ ਸਾਰਿਆਂ ਨੂੰ ਆਪਣੇ ਤੌਰ ਦੇ ਉੱਤੇ ਹਰ ਦਿਨ ਇਹਦੇ ਲਈ ਕੋਈ ਨਾ ਕੋਈ ਹੰਭਲਾ ਮਾਰਨਾ ਚਾਹੀਦਾ, ਕੋਈ ਨਾ ਕੋਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਡੇ ਆਪਣੇ ਕੋਈ ਤਜਰਬੇ ਨੇ ਜਾਂ ਤੁਹਾਡੇ ਕੋਲ ਕੋਈ ਆਪਣੇ ਵਿਚਾਰ ਹੈਗੇ ਨੇ ਕਿ ਧਰਤੀ ਜਿਹੜੀ ਹੈ ਉਹਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਵਾਤਾਵਰਨ ਨੂੰ ਜਿਹੜਾ ਹੈ ਸੁਰੱਖਿਅਤ ਰੱਖਣ ਦੇ ਵਿੱਚ, ਉਹਦੀ ਸਾਂਭ ਸੰਭਾਲ ਦੇ ਵਿੱਚ ਅਸੀਂ ਸਾਰੇ ਆਪਣੇ ਤੌਰ ਦੇ ਉੱਤੇ ਕਿਵੇਂ ਰੋਲ ਨਿਭਾ ਸਕਦੇ ਹਾਂ। ਸੋ ਪਲੀਜ਼ ਮੇਰੇ ਜਿਹੜੇ ਸਾਰੇ ਦਰਸ਼ਕ ਨੇ ਉਹ ਕਾਲ ਜ਼ਰੂਰ ਕਰਿਓ, ਆਪਣੇ ਆਪਣੇ ਤਜਰਬੇ ਜਿਹੜੇ ਨੇ ਇਸ ਸੰਬੰਧੀ ਜਾਂ ਤੁਹਾਡੀ ਕੋਈ ਆਪਣੀ ਸਲਾਹ ਮਸ਼ਵਰਾ ਹੈ ਉਹ ਜ਼ਰੂਰ ਸਾਂਝਾ ਕਰਿਓ। ਫੇਸਬੁੱਕ ਦੇ ਜਿਹੜੇ ਦਰਸ਼ਕ ਨੇ ਉਹ ਫੇਸਬੁੱਕ ਦੇ ਉੱਤੇ ਵੀ ਕੋਈ ਸਵਾਲ ਲਿਖ ਸਕਦੇ ਨੇ। ਅੱਜ ਰੈਡੀਕਲ ਦੇਸੀ ਦੇ ਜਿਹੜੇ ਸੰਸਥਾਪਕ ਹੈਗੇ ਨੇ ਗੁਰਪ੍ਰੀਤ ਸਿੰਘ ਉਹ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਇਸ ਮੁਤਲਕ ਗੱਲਬਾਤ ਜਿਹੜੀ ਅਸੀਂ ਕਰਾਂਗੇ। ਬਤੌਰ ਇੱਕ ਸੀਨੀਅਰ ਪੱਤਰਕਾਰ ਉਹਨਾਂ ਦਾ ਆਪਣਾ ਵੀ ਇਸ ਦੇ ਉੱਤੇ ਬਹੁਤ ਤਰ੍ਹਾਂ ਦੇ ਪਹਿਲੂ ਹੈ, ਆਪਣਾ ਉਹਨਾਂ ਦਾ ਨਜ਼ਰੀਆ ਹੈ। ਸੋ ਉਹਨਾਂ ਦਾ ਨਜ਼ਰੀਆ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਸੰਬੰਧੀ ਕੀ ਜਿਹੜਾ ਹੈ ਆਪਣੀ ਸੋਚ ਵਿਚਾਰ ਰੱਖਦੇ ਨੇ। ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਸ਼ੁਕਰੀਆ ਸ਼ੇਰੀ, ਗੁੱਡ ਮਾਰਨਿੰਗ, ਹੈਪੀ ਅਰਥ ਡੇ। ਔਰ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਤੁਹਾਡਾ ਜਿਹੜਾ ਚਰਚਿਤ ਸ਼ੋਅ ਹੈ ਤੁਸੀਂ ਉਸ ਨੂੰ ਮੌਕਾ ਦੇ ਰਹੇ ਹੋ ਮੈਨੂੰ ਗੱਲਬਾਤ ਕਰਨ ਦੀ। ਬਹੁਤ ਮਿਹਰਬਾਨੀ। ਬਿਲਕੁਲ ਗੁਰਪ੍ਰੀਤ ਜੀ, ਜਦੋਂ ਅਸੀਂ ਅੱਜ ਸਵੇਰ ਨੂੰ ਮਾਰਨਿੰਗ ਸ਼ੋਅ ਦੇ ਲਈ ਡਿਸਾਈਡ ਕੀਤਾ ਤਾਂ ਬੜੇ ਵੱਡਾ ਸੀਗਾ ਇਹ ਗੱਲ। ਹਾਲਾਂਕਿ ਨੋ ਡਾਊਟ ਕਿ ਜਿਵੇਂ ਕਿ ਮੈਂ ਪਹਿਲਾਂ ਓਪਨਿੰਗ ਦੇ ਵਿੱਚ ਵੀ ਕਿਹਾ ਕਿ ਸਿਰਫ ਇੱਕ ਦਿਨ ਤਾਂ ਵੈਸੇ ਨਹੀਂ ਹੋਣਾ ਚਾਹੀਦਾ ਇਸ 'ਤੇ ਗੱਲ ਕਰਨ ਦਾ, ਪਰ ਚਲੋ ਜੇ ਅੱਜ ਦਾ ਸਹੀ ਸਮਾਂ ਹੈ 22 ਅਪ੍ਰੈਲ ਨੂੰ ਅਸੀਂ ਗੱਲ ਕਰ ਰਹੇ ਹਾਂ। ਕਿੱਥੇ ਖੜ੍ਹੇ ਹਾਂ ਅੱਜ ਅਸੀਂ? ਅਰਥ ਡੇ ਦਾ ਜਿਹੜਾ ਮਤਲਬ ਹੈ ਉਹ ਕੈਨੇਡਾ ਦੇ ਐਂਗਲ ਤੋਂ ਮੈਨੂੰ ਦੱਸੋ ਪਹਿਲਾਂ ਵੀ ਕਿਵੇਂ ਅਸੀਂ ਦੇਖਦੇ ਹਾਂ ਅਰਥ ਡੇ ਦਾ ਮਤਲਬ ਕੀ ਹੈਗਾ, ਕੀ ਇਹਦੀ ਮਹੱਤਤਾ ਹੈ? ਦੇਖੋ, ਜਿਹੜਾ ਤੁਸੀਂ ਆਪਣੀ ਇੰਟਰੋਡਕਸ਼ਨ 'ਚ ਵੀ ਗੱਲ ਕਹੀ ਹੈ, ਜਿਸ ਨੂੰ ਹੁਣ ਤੁਸੀਂ ਦੁਹਰਾਇਆ, ਮੈਂ ਉਸ ਗੱਲ ਨਾਲ ਸਹਿਮਤ ਹਾਂ ਕਿ ਜਿਹੜੇ ਹਾਲਾਤ ਨੇ ਸਾਰੀ ਦੁਨੀਆ ਦੇ, ਹਰ ਇੱਕ ਦਿਨ ਜਿਹੜਾ ਅਰਥ ਡੇ ਹੋਣਾ ਚਾਹੀਦਾ। ਜਿਹੜਾ ਇੱਕ ਖਾਸ ਦਿਨ ਮੁਕਰਰ ਕੀਤਾ ਗਿਆ ਉਸ ਦਾ ਇੱਕ ਫਾਇਦਾ ਤਾਂ ਇਹ ਹੋਇਆ ਕਿ ਇੰਨੇ ਸਾਲਾਂ 'ਚ ਲੋਕਾਂ 'ਚ ਸੋਝੀ ਪੈਦਾ ਹੋਈ। ਜਿਵੇਂ 1970 ਵਿੱਚ ਅੱਜ ਦੇ ਦਿਨ ਅਮਰੀਕਾ 'ਚ ਇਕੱਠ ਹੋਇਆ ਬਹੁਤ ਵੱਡਾ, ਹਾਂਜੀ, ਜਿੱਥੇ ਲੋਕਾਂ ਨੇ ਇਕੱਠੇ ਹੋ ਕੇ ਹਮਲਾ ਮਾਰਿਆ ਇਸ ਗੱਲ ਲਈ ਕਿ ਬਹੁਤ ਵਾਤਾਵਰਨ ਦਾ ਨੁਕਸਾਨ ਹੋ ਰਿਹਾ, ਕੁਝ ਕੀਤਾ ਜਾਵੇ। ਇੰਨੇ ਸਾਲ ਬੀਤਣ ਦੇ ਬਾਅਦ ਅੱਜ ਹਾਲਾਤ ਇਹ ਨੇ ਕਿ ਲੋਕਾਂ 'ਚ ਸੋਝੀ ਪੈਦਾ ਹੋਈ ਹੈ, ਲੋਕੀ ਹੁਣ ਖੁੱਲ੍ਹ ਕੇ ਗੱਲਾਂ ਕਰ ਰਹੇ ਨੇ। ਉਸ ਵੇਲੇ ਵੀ ਨੌਜਵਾਨ ਕਾਫੀ ਵੱਡੀ ਗਿਣਤੀ 'ਚ ਮੁਰੇ ਸੀਗੇ, ਹੁਣ ਵੀ ਪਿਛਲੇ ਕੁਝ ਸਾਲਾਂ 'ਚ ਨੌਜਵਾਨ ਕਾਫੀ ਲਾਮਬੰਦ ਹੋਏ ਨੇ, ਜਿਨ੍ਹਾਂ 'ਚ ਇੱਕ ਨਾਂ ਹੈ ਗ੍ਰੈਟਾ ਟੂਨਬਰਗ ਦਾ, ਜਿਹੜੀ ਸਵੀਡਨ ਦੀ ਇੱਕ ਜਿਹੜੀ ਮੁਟਿਆਰ ਹੈ ਜਿਹੜੀ ਬਿਲਕੁਲ ਨਿੱਠ ਕੇ ਕੰਮ ਕਰ ਰਹੀ ਹੈ, ਔਰ ਉਹ ਉੱਥੇ ਵੀ ਕੈਨੇਡਾ ਵੀ ਆ ਚੁੱਕੀ ਹੈ, ਉਸਦਾ ਕਾਫੀ ਆਦਰ ਮਾਣ ਹੈ। ਸੋ ਨੌਜਵਾਨਾਂ ਨੇ ਅਗਵਾਈ ਲੈਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਕਿ ਬਹੁਤ ਚੰਗਾ ਕਦਮ ਹੈ। ਔਰ ਇਹੋ ਜਿਹੇ ਜਿਹੜੇ ਦਿਨ ਮੁਕਰਰ ਹੁੰਦੇ ਨੇ ਉਸ ਦੇ ਬਹਾਨੇ ਤੁਸੀਂ ਸੰਵਾਦ ਰਚਦੇ ਹੋ, ਲੋਕਾਂ 'ਚ ਸੋਝੀ ਪੈਦਾ ਹੁੰਦੀ ਹੈ, ਲੋਕ ਸਵਾਲ ਕਰਦੇ ਨੇ। ਇਸ ਕਰਕੇ ਇਸ ਦਿਨ ਦੀ ਜਿਹੜੀ ਅਹਿਮੀਅਤ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਪਰ ਤੁਹਾਡਾ ਇਹ ਕਹਿਣਾ ਦਰੁਸਤ ਹੈ ਕਿ ਪ੍ਰਤੀ ਦਿਨ ਸਾਨੂੰ ਅਰਥ ਡੇ ਮਨਾਉਣਾ ਚਾਹੀਦਾ, ਕਿਉਂਕਿ ਹਾਲਾਤ ਬਹੁਤ ਵਿਗੜ ਚੁੱਕੇ ਨੇ। ਜਿਵੇਂ ਅੱਜ ਮਿਸਾਲ ਦੇ ਤੌਰ 'ਤੇ ਜੇ ਗੂਗਲ ਇੰਜਨ 'ਤੇ ਤੁਸੀਂ ਜਾ ਕੇ ਸਰਚ ਕਰਨੀ ਹੋਵੇ, ਅੱਜ ਦੇ ਸਰਚ ਇੰਜਨ ਨੂੰ ਉਹਨਾਂ ਨੇ
ਆਪਣੇ ਡੂਡਲ ਨੂੰ ਉਹਨਾਂ ਨੇ ਸਮਰਪਿਤ ਕੀਤਾ ਅਰਥ ਡੇ ਨੂੰ। ਉਹਦੇ 'ਚ ਉਹਨਾਂ ਨੇ ਦਰਸਾਇਆ ਕੀ ਆ, ਉਹਨਾਂ ਨੇ 2 ਨਕਸ਼ੇ ਵਿਖਾਏ ਨੇ ਜੀ ਧਰਤੀ ਦੇ, ਜਿਹੜੇ ਉੱਪਰੋਂ ਲਏ ਗਏ, ਉੱਪਰੋਂ ਜਿਹੜੀਆਂ ਇਮੇਜਰੀਜ਼ ਲਈਆਂ ਗਈਆਂ ਉਹਦੇ ਨਾਲ ਜੋੜ ਕੇ 2002 'ਚ ਧਰਤੀ ਕਿਹੋ ਜਿਹੀ ਸੀ ਔਰ ਅੱਜ 2020 'ਚ ਧਰਤੀ ਕਿਹੋ ਜਿਹੀ ਹੈ। ਕਲੀਅਰ ਉਹਨਾਂ ਤਸਵੀਰਾਂ 'ਚ ਨਜ਼ਰ ਆਸਦਾ ਬਹੁਤ ਵੱਡਾ ਅੰਤਰ ਕਿ ਕਿੰਨੇ ਮਤਲਬ ਗਲੇਸ਼ੀਅਰ ਖੁਰ ਗਏ ਨੇ, ਬਰਫ਼ ਕਈ ਥਾਵਾਂ ਤੇ ਹਟ ਗਈ ਹੈ। ਹਾਂਜੀ ਸੋ ਲੱਗਦਾ ਕਿ ਜਿਵੇਂ ਜ਼ਮੀਨ ਦਾ ਮੁਹਾਂਦਰਾ ਬਹੁਤ ਜ਼ਿਆਦਾ ਵਿਗੜ ਗਿਆ। ਸੋ ਇਹ ਚਿੰਤਾਜਨਕ ਮਾਹੌਲ ਹੈ। ਸੋ ਇਹ ਨਹੀਂ ਕਿ ਅੱਜ ਅਰਥ ਡੇ ਤੇ ਅਸੀਂ ਵਧਾਈਆਂ ਦੇਤੀਆਂ, ਸਾਡੇ ਲੀਡਰ ਵੀ ਦੇਣਗੇ ਵਧਾਈਆਂ, ਪਰ ਜੇ ਤੁਹਾਡੇ ਜਿਹੜੇ ਕਾਰਜ ਨੇ ਉਹ ਤੁਹਾਡੇ ਸ਼ਬਦਾਂ ਨਾਲ ਮੇਚ ਨਹੀਂ ਖਾਂਦੇ ਤਾਂ ਫਿਰ ਇਹਨਾਂ ਵਧਾਈਆਂ ਦਾ ਵੀ ਕੋਈ ਅਰਥ ਨਹੀਂਗਾ। ਗੁਰਪ੍ਰੀਤ ਜੀ, ਵਰਲਡ ਵਾਈਡ ਤੌਰ ਤੇ ਦੇਖੀਏ ਤਾਂ ਕਿੰਨਾ ਕੁ ਕੰਮ ਜਿਹੜਾ ਹੈ ਇਸ ਦੇ ਲਈ ਹੋ ਰਿਹਾ ਹੈ, ਵਾਤਾਵਰਣ ਦੇ ਲਈ? ਦੇਖੋ, ਵਾਤਾਵਰਣ ਦੇ ਲਈ ਕੋਸ਼ਿਸ਼ਾਂ ਤੇ ਹੋ ਰਹੀਆਂ। ਜਿਹੜੇ ਸੁਹਿਰਦ ਲੋਕ ਨੇ, ਕੁਝ ਦੇਸ਼ਾਂ ਦੀਆਂ ਸਰਕਾਰਾਂ ਸੁਹਿਰਦ ਨੇ ਜਿਨ੍ਹਾਂ ਨੇ ਚੰਗੀਆਂ ਕੋਸ਼ਿਸ਼ਾਂ ਕੀਤੀਆਂ, ਜਿਵੇਂ ਯੂਰਪ 'ਚ ਕਾਫੀ ਕੁਝ ਹੋ ਰਿਹਾ, ਪਰ ਮੈਂ ਸਮਝਦਾ ਕਿ ਕਾਫੀ ਨਹੀਂ ਹੈ। ਕਈ ਥਾਵਾਂ ਤੇ ਇਹ ਵੇਖਣ 'ਚ ਆ ਰਿਹਾ ਕਿ ਮੱਲਮ ਪੱਟੀ ਜ਼ਿਆਦਾ ਹੋ ਰਹੀ ਹੈ। ਮਿਸਾਲ ਤੌਰ ਤੇ ਜਦੋਂ ਅਸੀਂ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਪਲਾਸਟਿਕ ਬੈਗ ਲੈਣੇ ਬੰਦ ਕਰ ਦਿਓ, ਉਹ ਚੰਗੀ ਕੋਸ਼ਿਸ਼ ਹੈ, ਪਰ ਕੀ ਉਸ ਦੇ ਨਾਲ ਜਿਹੜਾ ਵੱਡਾ ਮਸਲਾ ਟਲ ਜਾਊਗਾ? ਵੱਡਾ ਮਸਲਾ ਕੀ ਹੈ? ਓਜ਼ੋਨ ਪੱਟੀ ਦਾ ਉਜਾੜਾ, ਧਰਤੀ ਦਾ ਵੱਧ ਰਿਹਾ ਤਾਪਮਾਨ, ਹਨਾ, ਬਰਫ਼ ਕਈ ਥਾਵਾਂ ਤੇ ਖੁਰ ਰਹੀ ਹੈ। ਹੁਣ ਮਿਸਾਲ ਦੇ ਤੌਰ ਤੇ ਜੇ ਕੈਨੇਡਾ ਦੀ ਗੱਲ ਕਰੀਏ, ਕਈ ਤਰ੍ਹਾਂ ਦੇ ਐਲਾਨਨਾਮੇ ਹੋਏ ਨੇ ਜਿਸ ਤੋਂ ਕੁਝ ਚੰਗੀ ਆਸ ਨਜ਼ਰ ਆ ਰਹੀ ਹੈ, ਪਰ ਨਾਲ ਦੀ ਨਾਲ ਜਿਵੇਂ ਅਸੀਂ BC ਦੀ ਜੇ ਗੱਲ ਕਰਦੇ ਹਾਂ, ਜਿੱਥੇ ਆਲੇ ਦੁਆਲੇ ਕਈ ਬਰਫ਼ ਦੇ ਪਹਾੜ ਨੇ, ਉਹ ਖੁਰ ਰਹੇ ਨੇ ਬੜੀ ਤੇਜ਼ੀ ਨਾਲ। ਭਵਿੱਖਬਾਣੀ ਹੋ ਰਹੀ ਕੁਝ ਪਹਾੜ ਤਾਂ 2050 ਤੱਕ ਜਾਂ ਉਸ ਤੋਂ ਪਹਿਲਾਂ ਖੁਰ ਜਾਣਗੇ, ਖਤਮ ਹੋ ਜਾਣਗੇ। ਉਹਨਾਂ 'ਚ ਹੁਣ ਜਾਨ ਵੀ ਹੈ ਨਹੀਂ, ਨਾ ਉਹ ਦੁਬਾਰਾ ਬਰਫ਼ ਜਨਰੇਟ ਹੋ ਰਹੀ ਹੈ, ਜਿਸ ਦੇ ਨਾਲ ਪੀਣ ਦੇ ਪਾਣੀ ਸੰਕਟ ਪੈਦਾ ਹੋਊਗਾ। ਸੋ ਉਹ ਜੇ ਉਸ ਨੁਕਤੇ ਤੋਂ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਵੀ ਹੈਵ ਰੀਚਡ ਅ ਪੁਆਇੰਟ ਆਫ ਨੋ ਰਿਟਰਨ, ਜਿੱਥੋਂ ਹੁਣ ਵਾਪਸੀ ਨਹੀਂ ਹੋ ਸਕਦੀ। ਪਰ ਕਈ ਹੋਰ ਸਮੱਸਿਆਵਾਂ ਨੇ ਜਿਸ ਦੇ ਉੱਤੇ ਕੰਮ ਅਜੇ ਵੀ ਹੋ ਸਕਦਾ। ਸੋ ਇਸ ਸਮੇਂ ਹਾਲਾਤ ਇਹ ਨੇ ਕਿ ਗਲਾਸ ਅੱਧਾ ਭਰਿਆ ਜਾਂ ਅੱਧਾ ਖਾਲੀ, ਜਿਵੇਂ ਮਰਜ਼ੀ ਵੇਖ ਲਓ, ਪਰ ਇਸ ਵੇਲੇ ਕਰੋ ਮਰੋ ਦੀ ਹਾਲਤ ਬਣੀ ਹੋਈ ਹੈ। ਸੋ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ। ਸਟੇਜਾਂ ਤੋਂ ਗੱਲਾਂ ਬਹੁਤ ਕਰਦੇ ਨੇ, ਅਰਥ ਡੇ ਦੀ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਨੇ, ਪਰ ਕਈ ਇਹੋ ਜਿਹੇ ਵਿਵਾਦਿਤ ਪ੍ਰੋਜੈਕਟ ਨੇ ਜਿਨ੍ਹਾਂ ਨੂੰ ਹਰੀ ਝੰਡੀਆਂ ਦਿੱਤੀਆਂ ਹੋਈਆਂ, ਜਿਨ੍ਹਾਂ ਦੀ ਲੋੜ ਨਹੀਂ, ਜਿਨ੍ਹਾਂ ਦੇ ਲਈ ਸਾਨੂੰ ਕੋਈ ਹੋਰ ਆਲਟਰਨੇਟਿਵ ਲੱਭਣੇ ਚਾਹੀਦੇ ਨੇ। ਸੋ ਉਸ ਨਾਤੇ ਬੜਾ ਕੁਝ ਕਰਨ ਵਾਲਾ ਅਜੇ ਬਾਕੀ ਹੈ, ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਹੀ ਕੋਈ ਇਸ ਤਰ੍ਹਾਂ ਦਾ ਨਿਰਾਸ਼ਾਜਨਕ ਮਾਹੌਲ ਹੈ ਕਿ ਹੋਇਆ ਕੁਝ ਨਹੀਂਗਾ। ਜਿਵੇਂ ਹੁਣ ਅਸੀਂ ਵੇਖਦੇ ਹਾਂ ਕਿ ਇਲੈਕਟ੍ਰਿਕ ਕਾਰਾਂ ਉੱਪਰ ਜ਼ੋਰ ਦਿੱਤਾ ਜਾ ਰਿਹਾ। ਬਿਲਕੁਲ, ਹਾਂ। ਸੋ ਇੱਕ ਨਵੀਂ ਜਿਹੜੀ ਟੈਕਨੋਲੋਜੀ ਹੈ ਉਹ ਸਾਨੂੰ ਦੱਸ ਰਹੀ ਕਿ ਸਾਨੂੰ ਹੁਣ ਗੈਸ ਤੇ ਤੇਲ ਤੇ ਨਿਰਭਰ ਹੋਣ ਦੀ ਲੋੜ ਨਹੀਂ। ਅੱਜ ਕੱਲ੍ਹ ਤਾਂ ਗੈਸ ਇੰਨੀ ਮਹਿੰਗੀ, ਲੋਕੀ ਹੁਣ ਮਜਬੂਰ ਨੇ ਕਿ ਇਲੈਕਟ੍ਰਿਕ ਵਹੀਕਲ ਲੈ ਜਾਣ, ਪਰ ਇਲੈਕਟ੍ਰਿਕ ਵਹੀਕਲ ਦਾ ਰੁਝਾਨ ਤਾਂ ਬਹੁਤ ਪਹਿਲਾਂ ਪੈਦਾ ਹੋਣਾ ਚਾਹੀਦਾ ਸੀ, ਤਾਂ ਜੋ ਜਿਹੜੀ ਇਹ ਸਮੱਸਿਆ ਚੋਂ ਆਪਾਂ ਗੁਜ਼ਰ ਰਹੇ ਹਾਂ ਇਸ ਤੋਂ ਅਸੀਂ ਬਚੇ ਰਹਿ ਸਕਦੇ। ਅੱਛਾ, ਜਦੋਂ ਵਰਲਡ ਵਾਈਡ ਦੇ ਵਿੱਚ, ਜਦੋਂ ਮੈਂ ਥੋੜਾ ਜਿਹਾ ਇੱਥੇ ਭਾਰਤ ਦੇ ਐਂਗਲ ਤੋਂ ਵੀ ਜਾਣਨਾ ਚਾਹਾਂਗੀ ਗੁਰਪ੍ਰੀਤ ਜੀ, ਉਸ ਤੋਂ ਬਾਅਦ ਅਸੀਂ ਇੱਥੇ ਕੈਨੇਡਾ ਤੇ BC ਦੀ ਗੱਲ ਕਰਾਂਗੇ। ਅਸੀਂ ਸਾਰੇ, ਜਿਵੇਂ ਕਿ ਹੁਣ ਕਮਿਊਨਿਟੀ ਦੀ ਇੱਥੇ ਗੱਲ ਕਰ ਲਈ ਜਾਏ, ਅਸੀਂ ਸਾਰੇ ਪੰਜਾਬੀ ਹਾਂ, ਅਸੀਂ ਸਾਰੇ ਇੰਡੀਆ ਤੋਂ ਆਏ ਹਾਂ, ਪੰਜਾਬ ਤੋਂ ਆਏ ਹਾਂ। ਅਸੀਂ ਜਦੋਂ ਉੱਥੇ ਦੇਖਦੇ ਸੀ, ਉੱਥੇ ਅਸੀਂ ਵਾਤਾਵਰਨ ਨੂੰ ਦੇਖਦੇ ਕਿ ਕੁਛ ਨਾ ਕੁਛ ਸਮਝਦੇ ਜ਼ਰੂਰ ਸੀਗੇ। ਉਦੋਂ ਦਾ ਜਿਹੜਾ ਵਾਤਾਵਰਨ ਦਾ ਮਾਹੌਲ ਹੈ, ਤੇ ਕੀ ਉਹਦੇ ਵਿੱਚ ਲੱਗਦਾ ਵੀ ਜਿਹੜਾ ਬੜੇ ਸੋਹਣੇ ਇੱਕ ਵਾਤਾਵਰਨ ਦੇ ਵਿੱਚੋਂ ਅਸੀਂ ਨਿਕਲ ਕੇ ਆਏ ਹੋਏ ਹਾਂ, ਕੀ ਅਸੀਂ ਇਹ ਕਹਿ ਸਕਦੇ ਹਾਂ ਗੁਰਪ੍ਰੀਤ ਜੀ? ਨਹੀਂ, ਦੇਖੋ, ਭਾਰਤ ਵਿੱਚ ਤਾਂ ਇੱਕ ਚੀਜ਼ ਹੈ ਕਿ ਜਿਹੜਾ ਸਾਡੇ ਜਿਹੜੇ ਸੱਭਿਆਚਾਰ ਵਿੱਚ ਜਾਂ ਸਾਡੇ ਸੰਸਕਾਰ ਜਿਹੜੇ ਨੇ ਉਹਨਾਂ ਵਿੱਚ ਬਹੁਤ ਕੁਝ ਪਿਆ ਹੋਇਆ, ਜਿਹੜਾ ਸਾਨੂੰ ਲੰਬੇ ਸਮੇਂ ਤੋਂ ਸਿਖਾਉਂਦਾ ਆ ਕਿ ਸਾਨੂੰ ਕਿਵੇਂ ਕੁਦਰਤ ਨਾਲ ਇੱਕਮਿਕ ਹੋ ਕੇ ਰਹਿਣਾ ਚਾਹੀਦਾ। ਮਿਸਾਲ ਤੌਰ ਤੇ ਜਿਹੜੇ ਸਿੱਖ ਜਿਹੜੇ ਰੋਜ਼ ਅਰਦਾਸਾਂ ਕਰਦੇ ਨੇ, ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਆ, ਗੁਰੂ ਨਾਨਕ ਸਾਹਿਬ ਦੇ ਕਥਨ ਪਵਨ ਗੁਰੂ ਪਾਣੀ ਪਿਤਾ, ਉਹਦੀ ਅੱਜ ਪ੍ਰਸੰਗਤਾ ਹੋਰ ਵੀ ਜ਼ਿਆਦਾ ਵੱਧ ਚੁੱਕੀ ਹੈ। ਸੋ ਗੁਰੂ ਨਾਨਕ ਸਾਹਿਬ ਨੇ ਤਾਂ ਆਪਣੇ ਸਮੇਂ 'ਚ ਹੁੱਕਾ ਦਿੱਤਾ ਸੀਗਾ, ਉਸ ਨਾਤੇ ਜਿਹੜਾ ਇੱਕ ਵਿਸ਼ਵਾਸੀ ਸਿੱਖ ਹੈ ਉਸ ਦੇ ਲਈ ਤਾਂ ਐਵਰੀ ਡੇ ਇਜ਼ ਅਰਥ ਡੇ, ਜਦੋਂ ਗੁਰੂ ਨਾਨਕ ਸਾਹਿਬ ਦੇ ਇਹ ਸ਼ਬਦਾਂ ਨੂੰ ਉਚਾਰਦਾ ਹੋ। ਪਰ ਸਵਾਲ ਪੈਦਾ ਹੁੰਦਾ ਕਿ ਅਸੀਂ ਕਥਨੀ ਕਰਨੀ ਚ ਸਾਡੇ ਅੰਤਰ ਜਿਹੜਾ ਉਸ ਨੂੰ ਵੇਖ ਰਹੇ ਹਾਂ, ਉਸ ਤੇ ਗੌਰ ਕਰ ਰਹੇ ਹਾਂ। ਦਰਖਤਾਂ ਦਾ ਜੋ ਉਜਾੜਾ ਉੱਥੇ ਹੋਇਆ ਪੰਜਾਬ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ। ਜਿਹੜਾ ਇੱਕ ਜਿਹਨੂੰ ਕਹਿੰਦੇ ਫੋਰੈਸਟ ਕਵਰ ਪੰਜਾਬ 'ਚ ਬਹੁਤ ਘਟਿਆ। ਮੇਰੇ ਕੋਲ ਹੁਣ ਤਾਂ ਡਾਟਾ ਹੈ ਨਹੀਂ, ਪਰ ਮੈਂ ਸਟੋਰੀਆਂ ਉਦੋਂ ਕੀਤੀਆਂ ਹੋਈਆਂ ਜਦੋਂ ਇੰਡੀਆ ਸੀਗਾ। ਫੋਰੈਸਟ ਡਾਟਾ ਬਹੁਤ ਜ਼ਿਆਦਾ, ਮਤਲਬ ਫੋਰੈਸਟ ਕਵਰ ਬਹੁਤ ਘੱਟ ਆ ਪੰਜਾਬ ਦੇ ਵਿੱਚ। ਸੋ ਜੰਗਲਾਂ ਨੂੰ ਅਸੀਂ ਉਜਾੜੀ ਜਾਂਦੇ ਹਾਂ। ਫਿਰ ਸਾਡੇ, ਤੁਸੀਂ ਦੇਖੋ, ਫਿਰੋਜ਼ਪੁਰ ਤੋਂ ਤੁਸੀਂ ਆਉਂਦੇ ਹੋ, ਮੈਂ ਫਿਰੋਜ਼ਪੁਰ ਰਿਹਾ, ਉੱਥੇ ਜਿਹੜੇ ਬਿਸ਼ਨੋਈ ਭਾਈਚਾਰੇ ਦੇ ਲੋਕ ਨੇ ਬੋਰ ਇਲਾਕੇ ਦੇ ਵਿੱਚ, ਉਹ ਕੁਦਰਤ ਨਾਲ ਇੱਕਮਿਕ ਨੇ। ਉਹਨਾਂ ਦੇ ਘਰਾਂ ਦੇ ਵਿੱਚ ਬਾਰਾਸਿੰਗੇ, ਰੋਜ਼ਾਂ, ਮੋਰ ਆਮ ਤੁਰੇ ਫਿਰਦੇ, ਕਿਉਂਕਿ ਉਹਨਾਂ ਨੂੰ ਕੋਈ ਖੌਫ ਨਹੀਂ। ਉਹਨਾਂ ਨੂੰ ਪਤਾ ਕਿ ਇਹ ਭਾਈਚਾਰਾ ਸਾਡੀ ਰਾਖੀ ਕਰੂਗਾ। ਉਹ ਲੋਕ ਦਰਖਤਾਂ ਦੀ ਕਟਾਈ ਦੇ ਹਮੇਸ਼ਾ ਉਹਨਾਂ ਨੇ ਵਿਰੋਧ ਕੀਤਾ। ਸੋ ਸਾਡੇ ਸੰਸਕਾਰਾਂ ਵਿੱਚ, ਸੱਭਿਆਚਾਰ 'ਚ ਬਹੁਤ ਕੁਝ ਪਿਆ ਹੋਇਆ, ਬਾਵਜੂਦ ਅਸੀਂ ਉਜਾੜਾ ਕਰ ਰਹੇ ਹਾਂ। ਤੁਸੀਂ ਵੇਖੋ, ਜੋ 300 ਸਾਲਾ ਮਨਾਇਆ ਗਿਆ ਖਾਲਸੇ ਦਾ ਅਨੰਦਪੁਰ ਸਾਹਿਬ, ਤਾਂ ਮਨਜੀਤ ਸਿੰਘ ਜੀ ਉਦੋਂ ਜਥੇਦਾਰ ਹੁੰਦੇ ਸੀ ਤਖਤ ਕੇਸਗੜ੍ਹ ਸਾਹਿਬ ਦੇ। ਉਹਨਾਂ ਨੇ ਇੱਕ ਪਰੰਪਰਾ ਤੋਰੀ ਕਿ ਬੂਟਿਆਂ ਦਾ ਪ੍ਰਸ਼ਾਦ ਅਸੀਂ ਵੰਡਾਂਗੇ, ਤਾਂ ਜੋ ਲੋਕ ਬੂਟਿਆਂ ਦਾ ਪ੍ਰਸ਼ਾਦ ਘਰਾਂ 'ਚ ਲੈ ਕੇ ਜਾਣਗੇ, ਸਤਿਕਾਰ ਨਾਲ ਉਹਨੂੰ ਬੀਜਣਗੇ, ਰੁੱਖ ਲੱਗਣਗੇ, ਉਸ ਦੇ ਨਾਲ ਜੋ ਇਹ ਉਜਾੜਾ ਹੋਇਆ ਉਸ ਦੀ ਭਰਪਾਈ ਹੋ ਸਕੇ। ਪਰ ਕਿੰਨਾ ਕੁ ਅਸੀਂ ਅਮਲ ਕਰ ਰਹੇ ਹਾਂ ਉਸ ਗੱਲ ਤੇ, ਇਹ ਸਵਾਲ ਸਾਨੂੰ ਆਪਣੇ ਆਪ ਨੂੰ ਕਰਨਾ। ਪਰ ਨਾਲ ਦੇ ਨਾਲ ਜਿਹੜੇ ਸਾਡੇ ਪਾਲਿਸੀ ਮੇਕਰ ਨੇ, ਜਿਨ੍ਹਾਂ ਦੇ ਹੱਥਾਂ 'ਚ ਮਤਲਬ ਤਾਕਤਾਂ ਨੇ, ਜਿਹੜੇ ਮਤਲਬ ਕਾਫੀ ਕੁਝ ਬਦਲ ਸਕਦੇ ਆ, ਉਹਨਾਂ ਨੂੰ ਜਵਾਬਦੇਹ ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਅਫਸੋਸ ਦੀ ਗੱਲ ਹੈ ਕਿ ਕਈ ਵਾਰ এনवायरमेंट ਦਾ ਮੁੱਦਾ ਬੈਕ ਸੀਟ ਡਰਨ ਦਾ, ਹਾਲਾਂਕਿ ਇਸ ਨੂੰ ਫਰੰਟ ਸੀਟ ਤੇ ਹੋਣਾ ਚਾਹੀਦਾ, ਕਿਉਂਕਿ এনवायरमेंट ਦਾ ਜੋ ਨੁਕਸਾਨ ਹੋ ਰਿਹਾ ਉਸ ਦਾ ਸਾਰੀ ਲੋਕਾਈ ਨੂੰ ਨੁਕਸਾਨ ਹੋ ਰਿਹਾ।
ਕਿਸੇ ਖਾਸ ਫਿਰਕੇ ਨੂੰ, ਕਿਸੇ ਖਾਸ ਦੇਸ਼ ਨੂੰ, ਕਿਸੇ ਤਬਕੇ ਨੂੰ ਨਹੀਂ ਹੋ ਰਿਹਾ, ਸਭ ਨੂੰ ਹੋ ਰਿਹਾ। ਬਿਲਕੁਲ। ਪਰ ਅਫਸੋਸ ਦੀ ਗੱਲ ਕਿ ਉਹਦੇ ਵਿੱਚ ਵੀ ਜਿਹੜੀ ਨਾ ਬਰਾਬਰੀ ਪਹਿਲਾਂ ਤੋਂ ਸਮਾਜ ਵਿੱਚ ਹੈ, ਉਸ ਦੇ ਚਲਦਿਆਂ ਜਿਹੜੇ ਗਰੀਬ ਜਾਂ ਹਾਸ਼ਿਆਗ੍ਰਸਤ ਲੋਕ ਨੇ ਉਸ ਦਾ ਖਮਿਆਜ਼ਾ ਵਕਤ ਭੁਗਤ ਰਹੇ ਨੇ। ਸੋ ਜਿਹੜੇ ਅਮੀਰ ਨੇ, ਜਿਹੜੇ ਉਸ ਤੋਂ ਲਾਹਾ ਲੈਣ ਦੇ ਚੱਕਰ 'ਚ ਨੇ, ਜਿਨ੍ਹਾਂ ਨੂੰ ਉਸ ਗੱਲ ਨਾਲ ਕੋਈ ਸਰੋਕਾਰ ਹੀ ਹੈ ਨਹੀਂਗਾ, ਉਹਨਾਂ ਨੂੰ ਜਵਾਬ ਦੇ ਬਣਾਉਣ ਦੀ ਲੋੜ ਆ। ਸਾਡੀਆਂ ਪਾਰਟੀਆਂ ਨੂੰ, ਸਰਕਾਰਾਂ ਨੂੰ ਜਵਾਬ ਦੇ ਬਣਾਉਣ ਲਈ ਅਜੇ ਬਹੁਤ ਕੰਮ ਕਰਨ ਦੀ ਲੋੜ ਜੀ। ਗੁਰਪ੍ਰੀਤ ਜੀ, ਕੈਨੇਡੀਅਨ ਐਂਗਲ ਤੋਂ ਜੇ ਗੱਲ ਕਰੀਏ, ਕੈਨੇਡਾ ਦੇ ਵਿੱਚ ਕਿੰਨਾ ਕੁ ਜਿਹੜਾ ਹੈ ਇਸ ਨੂੰ ਵਾਤਾਵਰਣ ਨੂੰ ਲੈ ਕੇ ਕੰਮ ਹੋ ਰਿਹਾ ਹੈ? ਨੋ ਡਾਊਟ ਅਸੀਂ ਦੇਖਿਆ ਪਿੱਛੇ ਜੇ, ਕਿਉਂਕਿ ਸਾਡੇ ਕੋਲ ਮੋਟੀਆਂ ਐਗਜ਼ਾਮਪਲਸ ਵੀ ਨੇ। ਕੋਵਿਡ ਨੇ ਸਾਨੂੰ ਸਿਖਾਇਆ ਵੀ ਸਾਡਾ ਵਾਤਾਵਰਣ ਜਿਹੜਾ ਉਹ ਕਿਹੋ ਜਿਹਾ ਬਣ ਚੁੱਕਿਆ ਹੋਇਆ ਵੀ। ਅੱਜ ਇਹੋ ਜਿਹੀਆਂ ਬਿਮਾਰੀਆਂ ਦਸਤਕ ਦੇ ਰਹੀਆਂ ਨੇ ਜਿਨ੍ਹਾਂ ਦੀ ਵੈਕਸੀਨੇਸ਼ਨ ਨਹੀਂ ਲੱਭ ਰਹੀ ਸੀਗੀ, ਔਰ ਇਹ ਬੜੀ ਵੱਡੀ ਇੱਕ ਐਗਜ਼ਾਮਪਲ ਹੈ। ਉਸ ਤੋਂ ਇਲਾਵਾ ਅਸੀਂ ਐਗਜ਼ਾਮਪਲਸ ਕਈ ਦੇਖਿਆ, BC ਦੇ ਵਿੱਚ ਹੜ੍ਹ ਆਏ, ਉਦੋਂ ਵੀ ਸਾਨੂੰ ਕੁਦਰਤ ਦਾ ਵੱਡਾ ਕਰੋਪ ਜਿਹੜਾ ਉਹ ਦੇਖਣ ਨੂੰ ਮਿਲਿਆ ਕਿ ਅਚਨਚੇਤ ਸਰਕਾਰਾਂ ਤਿਆਰ ਨਹੀਂ ਸੀਗੀਆਂ, ਕੋਈ ਉੱਥੇ ਤਿਆਰੀ ਨਹੀਂ ਕੀਤੀ ਗਈ ਸੀ, ਕਿਸੇ ਨੂੰ ਪਤਾ ਨਹੀਂ ਸੀ ਇੱਦਾਂ ਹੋ ਸਕਦਾ, ਪਰ ਕੁਦਰਤ ਨੇ ਆਪਣਾ ਗੁੱਸਾ ਜਿਹੜਾ ਉਹ ਦਿਖਾਇਆ। ਇਹ ਚੀਜ਼ਾਂ ਨੇ ਕਿਤੇ ਨਾ ਕਿਤੇ ਤਾਂ ਕੁਝ ਸਬਕ ਸਿਖਾਏ ਨੇ, ਪਰ ਕੀ ਇਹ ਚੀਜ਼ਾਂ ਦੇ ਨਾਲ ਅਸੀਂ ਕੋਈ ਸਬਕ ਸਿੱਖ ਪਾਉਂਦੇ ਹਾਂ? ਇਹਨਾਂ ਦੇ ਉੱਤੇ ਕੀ ਘਾਟ ਰਹਿ ਜਾਂਦੀ ਹੈ ਵੀ ਜਿਹੜਾ ਜਦੋਂ ਕੋਈ ਡਿਜ਼ਾਸਟਰ, ਜਦੋਂ ਕੋਈ ਵੱਡਾ ਜਿਹੜੀ ਘਟਨਾ ਹੋ ਜਾਂਦੀ ਹੈ, ਸਾਨੂੰ ਉਦੋਂ ਉਹਦੇ ਤੇ ਜਿਹੜਾ ਧਿਆਨ ਜਾਂਦਾ, ਉਸ ਤੋਂ ਪਹਿਲਾਂ ਧਿਆਨ ਨਹੀਂ ਉਸ ਤੇ ਜਾਂਦਾ? ਦੇਖੋ, ਇਸ ਦਾ ਉੱਤਰ ਹਾਂ ਜਾਂ ਨਾ 'ਚ ਦਿੱਤਾ ਜਾ ਸਕਦਾ। ਹੁਣ ਜਿਵੇਂ BC ਵਿੱਚ ਜਦੋਂ ਕਰੋਪੀਆਂ ਆਈਆਂ, ਪਹਿਲਾਂ ਤੇ ਗਰਮੀ ਇੰਨੀ ਪਈ, ਸੋਕੇ ਵਰਗਾ ਹਾਲਾਤ ਪੈਦਾ ਹੋ ਗਏ, ਜੰਗਲ ਦੀਆਂ ਅੱਗਾਂ, ਫਿਰ ਬਾਅਦ ਹੜ੍ਹ। ਸੋ ਤੁਸੀਂ ਵੇਖੋ, ਜਦੋਂ ਪਿਛਲੇ ਸਾਲ ਫੈਡਰਲ ਇਲੈਕਸ਼ਨਾਂ ਹੋਈਆਂ ਤਾਂ ਇੱਕਦਮ ਲੋਕਾਂ ਦੇ ਕਿਉਂਕਿ ਝੱਲਣਾ ਪਿਆ ਸਾਰਾ ਕੁਝ, ਤੇ ਲੋਕਾਂ ਦੇ ਜ਼ਿਹਨ ਵਿੱਚ ਸਾਰਾ ਕੁਝ ਤਾਜ਼ਾ ਪਿਆ ਹੋਇਆ ਸੀਗਾ। ਸੋ এনवायरमेंट ਦਾ ਮੁੱਦਾ ਇਲੈਕਸ਼ਨਾਂ 'ਚ ਬਹੁਤ ਵੱਡਾ ਮੁੱਦਾ ਬਣ ਗਿਆ ਸੀ, ਜਿਹੜੀ ਕਿ ਆਪਣੇ ਆਪ 'ਚ ਬੜੀ ਪੋਜ਼ਿਟਿਵ ਡਿਵੈਲਪਮੈਂਟ ਆ। ਪਰ ਮੈਂ ਸਮਝਦਾ ਜ਼ਰੂਰੀ ਨਹੀਂ ਕਿ ਕਰੋਪੀਆਂ ਦਾ ਅਸੀਂ ਇੰਤਜ਼ਾਰ ਕਰੀਏ ਕਿਸੇ ਮੁੱਦੇ ਨੂੰ ਉਭਾਰਨ ਵਾਸਤੇ। ਬਿਲਕੁਲ। ਇਹ ਮੁੱਦੇ ਤਾਂ ਵੈਸੇ ਹੀ ਉਭਾਰੇ ਜਾਣੇ ਚਾਹੀਦੇ ਸੀਗੇ। ਹੁਣ ਇੱਥੇ ਲੈ ਕੇ ਗ੍ਰੀਨ ਪਾਰਟੀ ਹੈ ਜਿਹੜੀ ਨਿੱਠ ਕੇ ਇਸ ਮੁੱਦੇ ਤੇ ਕੰਮ ਕਰ ਰਹੀ। ਬਾਕੀ ਸਾਰੀਆਂ ਪਾਰਟੀਆਂ ਸੰਤੁਲਨ ਬਣਾਉਣ ਦੇ ਨਾਂ ਤੇ ਕਈ ਤਰ੍ਹਾਂ ਦੀਆਂ ਮਤਲਬ ਕੰਪਰੋਮਾਈਜ਼ਸ ਕਰ ਰਹੀਆਂ, ਜਿਹੜੀਆਂ ਲੰਬੇ ਸਮੇਂ ਲਈ ਬਹੁਤੇ ਵਧੇਗੀਆਂ ਨੇ ਜੀ। ਹੁਣ ਕੈਨੇਡਾ ਦੇ ਵਿੱਚ ਇਹ ਗੱਲ ਬਹੁਤ ਚੱਲਦੀ ਕਿ ਅਸੀਂ ਕਲਾਈਮੇਟ ਜਸਟਿਸ ਦੀ ਗੱਲ ਕਰਦੇ ਹਾਂ, ਪਰ ਇੱਥੇ ਕਾਫੀ ਕੁਝ ਜਿਹੜਾ ਉਸ ਵਿੱਚ ਤੁਹਾਨੂੰ ਸਵੈ ਵਿਰੋਧ ਵੀ ਨਜ਼ਰ ਆ ਰਿਹਾ। ਜੇ BC ਦੀ ਗੱਲ ਕਰੀ, BC 'ਚ ਹੁਣ NDP ਦੀ ਸਰਕਾਰ ਹੈ। NDP ਦੀ ਸਰਕਾਰ ਨੇ ਕਈ ਇਹੋ ਜਿਹੇ ਵਿਵਾਦਿਤ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਹੋਈ ਹੈ, ਜਿਵੇਂ ਸਾਈਟ ਸੀ ਡੈਮ, ਜਿਹਦੀ ਕੋਈ ਲੋੜ ਨਹੀਂ ਸੀਗੀ, ਜ਼ਿੱਦ ਫੜੀ ਹੋਈ ਕਿ ਬਣਾਉਣਾ ਹੀ ਬਣਾਉਣਾ। ਉਹਦੇ ਬਣਨ ਨਾਲ ਉੱਥੇ ਜਿੱਥੇ ਸਾਈਟ ਸੀ ਡੈਮ ਦੀ ਉਸਾਰੀ ਹੋਣੀ ਹੈ, ਜਿੱਥੇ ਮਤਲਬ ਅਸੀਂ ਕਹਿ ਸਕਦੇ ਖੁਰਾਕ ਜਿੱਥੇ ਪੈਦਾ ਹੁੰਦੀ ਹੈ, ਉਹ ਸਾਰੇ ਦਾ ਸਾਰਾ ਇਲਾਕਾ ਪਾਣੀ ਥੱਲੇ ਆ ਜਾਊਗਾ। ਸੋ ਜਿਨ੍ਹਾਂ ਲੋਕਾਂ ਨੂੰ ਖੁਰਾਕ ਦੀ ਲੋੜ ਹੈ, ਜਿਹੜੇ ਜ਼ਮੀਨ ਖੇਤੀਬਾੜੀ ਨਾਲ ਜੁੜੇ ਹੋਏ ਨੇ, ਉਹ ਕੀ ਕਰਨਗੇ? ਉਸ ਦੀ ਲੋੜ ਹੀ ਨਹੀਂ ਸਾਨੂੰ। ਕਈ ਤਰ੍ਹਾਂ ਦੀ ਜੜੀ ਬੂਟੀਆਂ ਖਰਾਬ ਹੋਣਗੀਆਂ, ਜੀਵ ਜੰਤੂ ਨਸ਼ਟ ਹੋ ਜਾਣਗੇ। ਪਰ ਸਰਕਾਰ ਨੇ ਜ਼ਿੱਦ ਫੜੀ ਹੋਈ ਹੈ। ਇੱਕ ਪੁਰਾਣੇ ਜੰਗਲ ਦੀ ਕਟਾਈ ਚੱਲ ਰਹੀ ਵੈਂਕੂਵਰ ਆਈਲੈਂਡ ਤੇ, ਉਸ ਦੇ ਖਿਲਾਫ ਲੋਕ ਸੜਕਾਂ ਤੇ ਨਿਕਲੇ ਹੋਏ ਨੇ। ਦਾਅਵੇ ਜਿੰਨੇ ਮਰਜ਼ੀ ਕਰੀ ਜਾਓ, ਮੁੱਖ ਮੰਤਰੀ ਵਧਾਈ ਦੇਣਗੇ ਅੱਜ, ਪਰ ਉਹਨਾਂ ਦਾ ਕੋਈ ਅਰਥ ਨਹੀਂ ਜੇ ਤੁਸੀਂ ਗਰਾਊਂਡ ਦੇ ਉੱਤੇ ਇਹਨਾਂ ਪ੍ਰੋਜੈਕਟਸ ਦਾ ਨੂੰ ਲਾਗੂ ਕਰਨ ਤੇ ਤੁਲੇ ਹੋਏ ਆ। ਜੀ ਗੁਰਪ੍ਰੀਤ ਜੀ, ਆਪਣੇ ਨਾਲ ਕਾਲਰ ਵੀ ਜੁੜ ਰਹੇ ਨੇ। ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂ ਸ਼ਰੀ, ਸਤਿ ਸ਼੍ਰੀ ਅਕਾਲ। ਆਪਣੇ ਤੁਹਾਡੇ ਗੈਸਟ ਗੁਰਪ੍ਰੀਤ ਜੀ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੜਾ ਵਧੀਆ ਤੁਸੀਂ ਵਿਸ਼ਾ ਲਿਆਂਦਾ, ਕਿਉਂਕਿ ਅੱਜ এনवायरमेंट ਪ੍ਰੋਟੈਕਸ਼ਨ ਡੇ ਹੈ। ਹਾਂਜੀ। ਔਰ ਇਹ ਬੜਾ ਵੱਡਾ ਮੁੱਦਾ ਹੈ, ਕਿਉਂਕਿ ਇਹਦੇ ਤੇ ਕੰਮ ਕਰਨ ਦੀ ਲੋੜ ਹੈ, ਕਿਉਂਕਿ ਇਸ ਦਿਨ ਨੂੰ ਯਾਦ ਕਰਨ ਦਾ ਇਹੀ ਮਕਸਦ ਆ ਸਾਡਾ ਵੀ ਇਸ ਦਿਨ ਆਪਾਂ ਘੱਟ ਤੋਂ ਘੱਟ ਜਿੰਨੀ ਜਿਸ ਕਿਸੇ ਬੰਦੇ ਕੋਲੇ ਨੌਲੇਜ ਆ ਉਹਨੂੰ ਸ਼ੇਅਰ ਕੀਤਾ ਜਾਵੇ, ਉਹਦੇ ਨਾਲ ਅਵੇਅਰਨੈਸ ਹੁੰਦੀ ਹੈ। ਕਿਉਂਕਿ ਅਵੇਅਰਨੈਸ ਤੋਂ ਬਿਨਾਂ ਇਹੀ ਚੀਜ਼ ਹੈ এনवायरमेंट ਦੀ ਜਿਹੜੀ ਸਾਡੇ ਇਨਸਾਨ ਦੇ ਲਈ ਸਭ ਤੋਂ ਜ਼ਰੂਰੀ ਹੈ, ਔਰ ਇਹਨੂੰ ਵਿਗਾੜ ਦਿੱਤਾ ਗਿਆ। ਮੈਂ 2 ਪੁਆਇੰਟ ਰੇਜ਼ ਕਰੂੰਗਾ ਕਿ ਜਿਹੜੀ ਭੌਤਿਕ ਵਿਗਿਆਨ, ਜਿਹੜੀ ਫਿਜ਼ਿਕਸ ਬਣਾਈ ਸੀ, ਜਦੋਂ ਇਹਦੀ ਉਤਪਤੀ ਹੋਈ ਸੀ, ਉਹ ਇਨਸਾਨ ਦੇ ਭਲੇ ਲਈ ਬਣੀ ਸੀ, ਤੇ ਜਿਹੜੀ ਰਸਾਇਣਕ ਵਿਗਿਆਨ ਸੀ ਉਹ ਵੀ ਭਲੇ ਲਈ ਬਣੀ ਸੀ। ਪਰ ਅੱਜ ਦੇ ਯੁੱਗ ਵਿੱਚ ਜਿਸ ਕੰਟਰੀ 'ਚ ਅਸੀਂ ਬੈਠੇ ਹਾਂ, ਅਸੀਂ ਜਿਸ ਧਰਤੀ ਤੇ ਅੱਜ ਬੈਠੇ ਹਾਂ, ਟਾਕ ਸ਼ੋ ਕਰ ਰਹੇ ਹਾਂ, ਇਹਦੇ ਤੇ ਵੀ এনवायरमेंट ਜਿਹੜੀ ਇੱਥੋਂ ਦੀ ਬੜੀ ਵਿਗਾੜੀ ਹੋਈ ਹੈ ਜੀ। ਮੈਂ ਉਹ ਚੀਜ਼ਾਂ ਉੱਪਰ ਨਹੀਂ ਬੋਲੂੰਗਾ। ਜਦੋਂ 1967 ਦੀ ਵਾਰ ਹੋਈ ਸੀ ਵੀਅਤਨਾਮ ਦੀ, ਤਾਂ ਉਦੋਂ ਇਹੋ ਜਿਹੇ ਕੈਮੀਕਲ ਜਿਹੜੇ ਡੰਪ ਹੋਏ ਕਈਆਂ ਸਿਟੀਆਂ ਦੇ ਵਿੱਚ, ਜਿਹੜੇ ਅੱਜ ਅਸੀਂ ਉਹਦਾ ਜਨਾਜ਼ਾ ਅੰਦਰ ਖਾਤੇ ਭੁਗਤ ਰਹੇ ਹਾਂ। ਤੁਸੀਂ ਰੇਜ਼ ਕੀਤਾ ਸੀ ਕੁਐਸਚਨ ਗੁਰਪ੍ਰੀਤ ਜੀ ਨੂੰ ਕਿ ਸਰਕਾਰਾਂ ਤਾਂ ਸੌਂ ਗਈਆਂ, ਜਦੋਂ ਵੱਡੇ ਕਾਰਪੋਰੇਟ ਆ ਜਿਹੜੇ ਉਹਨਾਂ ਤੋਂ ਇਹ ਮਕਸਦ ਲੈਣਾ ਮੰਗਦੇ ਆਪਣੀ ਇਕਨੋਮੀ ਨੂੰ ਚਲਾਉਣ ਲਈ, ਇਹ ਤਾਂ ਬੋਲਦੇ ਹੀ ਨਹੀਂਗੇ। ਕਿਉਂ ਨਹੀਂ ਬੋਲਦੇ? ਕਿਉਂਕਿ ਇਹ ਬੜਾ ਔਖਾ ਸਬਜੈਕਟ ਹੈ। ਜਿਹੜਾ ਬੰਦਾ ਇਹਨਾਂ ਚੀਜ਼ਾਂ ਤੇ ਬੋਲਦਾ, ਜਾਂ ਤਾਂ ਉਹ ਖਤਮ ਹੁੰਦਾ, ਜਾਂ ਫਿਰ ਉਹਦੇ ਨਾਲ ਲੋਕ ਵੀ ਘੱਟ ਜੁੜਦੇ ਆ। ਜਿਵੇਂ ਤੁਸੀਂ ਇਹ ਜ਼ਿਕਰ ਕੀਤਾ ਗੁਰਪ੍ਰੀਤ ਜੀ ਨੇ, ਗ੍ਰੀਨ ਪਾਰਟੀ, ਕਿੰਨੇ ਕੁ ਅਸੀਂ ਉਹ ਲੋਕਾਂ ਦੀ ਸਪੋਰਟ ਕਰਦੇ ਆ, ਕਿਉਂਕਿ ਹੈਗੀ ਕੋਈ ਪਾਰਟੀ ਹੈ, ਕਿਉਂਕਿ ਉਹ ਰੈਲਿਟੀ ਨੂੰ ਜਾਣਦੀ ਹੈ। ਜੇ ਭਾਈ ਅੱਜ ਤੁਸੀਂ ਹਾਈਵੇ ਕੱਢਦੇ ਆ, ਉੱਥੋਂ ਪਹਾੜ ਢਾਉਂਦੇ ਆ, ਜਿੱਦਾਂ ਮੋਰਾਂ ਦਾ ਵੀ ਤੁਸੀਂ ਮੈਂਸ਼ਨ ਕੀਤਾ, ਹਰ ਪ੍ਰਗਿਰਤੀ ਜੇ ਤੁਸੀਂ ਉਹਨੂੰ ਨਾ ਵੀ ਸਪਿਰਚੁਅਲਿਟੀ 'ਚ ਜੋੜੋ, ਤਾਂ ਹਰ ਪ੍ਰਗਿਰਤੀ ਦਾ ਕੋਈ ਰਾਜ ਹੈ ਇਸ ਧਰਤੀ ਦੇ ਉੱਤੇ, ਕਿਸੇ ਪੰਛੀ ਦਾ, ਕਿਸੇ ਜਾਨਵਰ ਦਾ,
ਔਰ ਉਹ ਜੁੜਿਆ ਹੋਇਆ ਇੱਕ ਦੂਜੇ ਦੇ ਨਾਲ, ਅਸੀਂ ਉਹਨੂੰ ਤਬਾਹ ਕਰਨ ਲੱਗੇ ਹੋਏ ਹਾਂ। ਹਾਂਜੀ ਪਰ ਉਹੀ ਲੋਕ ਮੂਹਰੇ ਹੋ ਲੈਂਦੇ ਆ ਜਿਹੜੇ ਸਭ ਤੋਂ ਵੱਡੀ ਤਬਾਹੀ ਦਾ ਕਾਰਨ ਬਣਦੇ ਆ। ਫਿਰ ਉਹ ਵਰਲਡ ਲੈਵਲ ਦੇ ਉੱਤੇ ਬੜੇ ਬੜੇ ਫੀਟਰ ਮਾਰਦੇ ਆ ਜੀ ਅਸੀਂ ਤਾਂ এনवायरमेंट ਦੇ ਰਾਖੇ ਆ, ਪਰ ਰਾਖੇ ਰੁਖੇ ਨਹੀਂ, ਸਭ ਤੋਂ ਜ਼ਿਆਦਾ ਤਾਂ ਉਹੀ ਹੈ। ਹੁਣ ਜਿਨ੍ਹਾਂ ਨੂੰ ਤੁਸੀਂ ਥਰਡ ਵਰਲਡ ਕੰਟਰੀ ਕਹਿ ਕੇ ਪੁਕਾਰਦੇ ਸੀ, ਉਹਨਾਂ ਦੇ ਉੱਤੇ ਡੀਟੀ ਦੀਆਂ ਸਪਰੇਆਂ ਕੌਣ ਕਰਾਉਂਦੇ ਸੀਗੇ? ਅੱਜ ਤੱਕ ਹੋਈ ਜਾਂਦੀਆਂ ਉਹ ਚੀਜ਼ਾਂ, ਤੇ ਅੱਜ ਇਹ ਉਹਦੇ ਹਾਮੀ ਹੋਏ ਵੇ ਆ ਜਿਹੜੀ ਪਲਾਸਟਿਕ ਨੂੰ ਇਹ ਬੰਦ ਕਰਨਾ ਮੰਗਦੇ ਆ। ਇੱਥੇ ਆ ਡਰਾਈਵਾਲ ਦਾ, ਮੈਨੂੰ ਵੀ 40 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਮੈਂ ਕੰਸਟਰਕਸ਼ਨ 'ਚ ਕੰਮ ਕਰਦਾ ਸੀ। ਅਸੀਂ ਉਦੋਂ ਬੋਲਦੇ ਹੁੰਦੇ ਸੀ, ਲੈਟਰਾਂ ਲਿਖਦੇ ਸੀ ਭਾਈ ਇਹ 'ਚ ਕੈਮੀਕਲ ਆ, ਜਿਹੜੇ ਬੰਦੇ ਕੰਮ ਕਰਦੇ ਉਹ ਮਰਨਗੇ। ਹੁਣ ਇਹ ਲੱਗੇ ਆ, ਉਦੋਂ ਬਾਅਦ ਪਹਿਲਾਂ ਵੀ ਪਤਾ ਹੀ ਸੀ। ਉਹ ਸਰਕਾਰਾਂ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ, ਇਹ ਜਿਹੇ ਪ੍ਰੋਗਰਾਮ ਰੇਜ਼ ਕਰਨੇ ਚਾਹੀਦੇ ਆ। ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਰੇਜ਼ ਕੀਤਾ ਪ੍ਰੋਗਰਾਮ, ਔਰ ਜਾਣਕਾਰੀ ਦੇਣ ਲਈ ਤੁਸੀਂ ਵਧੀਆ। ਗੁਰਪ੍ਰੀਤ ਜੀ ਕਾਫੀ ਨੌਲੇਜ ਰੱਖਦੇ, ਇਹਨਾਂ ਨੂੰ ਹੋਰ ਇਹਦੇ ਤੇ ਬੋਲਣਾ ਚਾਹੀਦਾ। ਮੈਂ ਤਾਂ ਤੁਹਾਡਾ ਧੰਨਵਾਦ ਹੀ ਕਰਦਾ, ਕਿਉਂਕਿ ਚੰਗਾ ਜੋ ਕੰਮ ਕਰਦਾ ਉਹਨੂੰ ਕਿਸੇ ਦੀ ਕੇਅਰ ਨਹੀਂ ਹੁੰਦੀ ਵੀ ਮੇਰੇ ਨਾਲ ਕੋਈ ਖੜਾ ਜਾਂ ਨਹੀਂ ਖੜਾ, ਉਹਨੇ ਆਪਦਾ ਕੰਮ ਕਰੀ ਜਾਣਾ, ਉਹਨੇ ਆਪਦੀ ਡੁਗਡੁਗੀ ਵਜਾਈ ਜਾਣੀ ਹੈ, ਕਿਉਂਕਿ ਇੱਕ ਦਿਨ ਤਾਂ ਉਹ ਚੀਜ਼ ਸਾਹਮਣੇ ਆਊਗੀ। ਹੁਣ ਅਸੀਂ ਹੌਲੀ ਹੌਲੀ ਸਾਡੇ ਸਾਹਮਣੇ ਆਉਂਦੀ ਹੈ, ਅਸੀਂ ਹੁਣ ਫੀਲ ਕਰਦੇ ਹਾਂ ਜੀ। ਸੋ ਧੰਨਵਾਦ ਤੁਹਾਡਾ ਮੈਨੂੰ ਸਮਾਂ ਦੇਣ ਦਾ। ਥੈਂਕ ਯੂ ਜੀ ਬਰਾੜ ਸਾਹਿਬ, ਥੈਂਕ ਯੂ ਸੋ ਮਚ ਜੀ। ਮਿਹਰਬਾਨੀ ਜੀ ਤੁਹਾਡੇ ਨੇਕ ਸ਼ਬਦਾਂ ਲਈ। ਕੀ ਕਹਿਣਾ ਚਾਹੋਗੇ ਬਰਾੜ ਸਾਹਿਬ ਦੀ ਗੱਲ? ਪਹਿਲਾਂ ਤਾਂ ਧੰਨਵਾਦ ਉਹਨਾਂ ਦਾ ਨੇਕ ਸ਼ਬਦਾਂ ਲਈ, ਬਿਲਕੁਲ ਉਹਨਾਂ ਨੇ ਸਹੀ ਗੱਲਾਂ ਕਹੀਆਂ। ਹੁਣ ਕੈਨੇਡਾ ਦੀ ਜਿਹੜੀ ਉਹ ਗੱਲ ਕਰ ਰਹੇ ਸੀ, ਹਾਂਜੀ ਕੈਨੇਡਾ ਵੀ ਦੇਖੋ ਦੋਹਰੇ ਚਿਹਰੇ ਸਰਕਾਰ ਦੇ ਇਦਾਂ ਆ। ਇੱਕ ਪਾਸੇ ਤੁਸੀਂ এনवायरमेंट ਦੀ ਗੱਲ ਕਰਦੇ ਹੋ, ਦੂਜੇ ਪਾਸੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਅਸੀਂ ਮੂਲ ਵਾਸੀਆਂ ਨਾਲ ਸੰਬੰਧਾਂ ਨੂੰ ਤਰਜੀਹ ਦੇਣੀ ਚਾਹੁੰਦੇ ਹਾਂ। ਬਿਲਕੁਲ ਹਾਂ। ਪਰ ਜਿਹੜੇ ਮੂਲ ਵਾਸੀ ਨੇ ਉਹਨਾਂ ਦੇ ਕੋਲ ਪੂੰਜੀ ਇਸ ਸਮੱਸਿਆ ਦੀ, ਬਿਲਕੁਲ ਕਿ ਕੁਦਰਤ ਨਾਲ ਸ਼ੁਰੂ ਤੋਂ ਗਹਿ ਗੱਚ ਨੇ। ਉਹ ਕੁਦਰਤ ਨਾਲ ਬਿਲਕੁਲ ਜੁੜੇ ਹੋਏ ਨੇ। ਹੁਣ ਜਿਵੇਂ ਮਿਸਾਲ ਤੌਰ ਤੇ ਅੱਜ ਕੱਲ੍ਹ ਮੈਂ ਉਹਨਾਂ ਦੀ ਇੱਕ ਕਿਤਾਬ ਪੜ੍ਹਦਾ, ਜਿਹੜੇ ਉਹਨਾਂ ਦੇ ਪੁਰਾਣੀ ਮਿਥਿਹਾਸਕ ਕਹਾਣੀਆਂ, ਉਹ 'ਚ ਕਈ ਚੀਜ਼ਾਂ ਸਿੱਖਣ ਵਾਲੀਆਂ ਨੇ ਕਿ ਕਿਵੇਂ এনवायरमेंट ਨਾਲ ਜੀਵ ਜੰਤੂਆਂ ਨਾਲ ਜੁੜੇ ਹੋਏ ਆ ਰੂਹਾਨੀ ਤੌਰ ਤੇ, ਓਕੇ, ਔਰ ਉਹਨਾਂ ਦੀ ਕਦਰ ਵੀ ਉਹਨਾਂ ਨੂੰ ਪਤਾ। ਕੁਝ ਗੱਲਾਂ ਜਿਹੜੀ ਅੱਜ ਅੱਡੀਆਂ ਚੁੱਕ ਕੇ ਜਿਹੜੇ ਸਿਹਤ ਜਿਹੜੇ ਵਾਤਾਵਰਣ ਮਾਹਰ ਕਹਿ ਰਹੇ ਆ, ਉਹ ਤਾਂ ਉਹਨਾਂ ਦੇ ਜਿਹੜੇ ਨੈਰੇਟਿਵ ਵਿੱਚ ਕਦੋਂ ਦੀਆਂ ਨੇ। ਸੋ ਉਸ ਦੇ ਉੱਤੇ ਤਾਂ ਉਹਨਾਂ ਦੇ ਬਜ਼ੁਰਗ ਦੱਸਦੇ ਆਏ, ਉਹ ਤੇ ਉਹ ਪੈਰੇਦਾਰੀ ਕਰਦੇ, ਪਰ ਅਸੀਂ ਉਹਨਾਂ ਦੀ ਨਹੀਂ ਸੁਣ ਰਹੇ, ਅਸੀਂ ਆਪਣੀ ਗੱਲ ਉਹਨਾਂ ਦੇ ਠੋਸ ਰਹੇ। ਜਿਹਨਾਂ ਨੂੰ ਅਗਵਾਈ ਲੈਣੀ ਚਾਹੀਦੀ, ਅਗਵਾਈ ਦੇਣੀ ਚਾਹੀਦੀ, ਅਸੀਂ ਉਹਨਾਂ ਦੀ ਗੱਲ ਸੁਣਨ ਦੀ ਥਾਂ ਤੇ ਆਪਣੀ ਗੱਲਾਂ ਉਹਨਾਂ ਦੇ ਠੋਸ ਰਹੇ। ਸਾਈਡ ਸੀ ਡੈਮ ਉਹਨਾਂ ਦੀ ਮਰਜ਼ੀ ਤੋਂ ਉਲਟ ਬਣ ਰਿਹਾ, ਪਾਈਪ ਲਾਈਨਾਂ ਉਹਨਾਂ ਦੀ ਮਰਜ਼ੀ ਤੋਂ ਉਲਟ ਕੱਢੀਆਂ ਜਾ ਰਹੀਆਂ। ਔਰ ਜਦੋਂ ਇਸ ਟਾਈਮ ਇਲੈਕਟ੍ਰਿਕ ਵਹੀਕਲਸ ਦੀ ਲੋੜ ਆ, ਤਾਂ ਉਸ ਦੇ ਲਈ ਤੁਸੀਂ ਜਿਵੇਂ ਜਰਮਨੀ 'ਚ ਵੀ ਜਾ ਕੇ ਵੇਖੋ, ਕਿੰਨੇ ਸੋਲਰ ਪੈਨਲ ਲੱਗੇ ਹੋਏ, ਗੱਡ ਦਿਓ, ਬਿਜਲੀ ਤਿਆਰ ਕਰਕੇ ਗੱਡੀਆਂ ਚਲਾਓ। ਪਰ ਅਸੀਂ ਉਹ ਗੱਲਾਂ ਸੁਣਨ ਦੀ ਥਾਂ ਤੇ, ਉਹਨਾਂ ਦੀ ਗੱਲ ਸੁਣਨ ਦੀ ਥਾਂ ਤੇ ਅਸੀਂ ਮੁਨਾਫਾਖੋਰਾਂ ਦੀ ਗੱਲ ਸੁਣ ਰਹੇ। ਇਹ ਹਕੀਕਤ ਹੈ ਇਸ ਇੱਥੋਂ ਦੀਆਂ ਸਰਕਾਰਾਂ ਦੀ। ਜਿੰਨਾ ਮਰਜ਼ੀ ਕਹੀ ਜਾਓ ਅਸੀਂ ਮੂਲ ਵਾਸੀਆਂ ਦੇ ਨਾਲ ਆ, ਜਿੰਨਾ ਮਰਜ਼ੀ ਕਹੀ ਜਾਓ ਅਸੀਂ ਕਲਾਈਮੇਟ ਜਸਟਿਸ ਦੀ ਗੱਲ ਕਰਦੇ ਹਾਂ, ਪਰ ਰਿਪੋਰਟ ਕਾਰਡ ਕੁਝ ਹੋਰ ਦੱਸ ਰਿਹਾ। ਸੋ ਕੈਨੇਡਾ ਲਈ ਇਹ ਸਭ ਤੋਂ ਜ਼ਿਆਦਾ ਮਾੜੀ ਗੱਲ ਇਸ ਕਰਕੇ ਹੈ ਕਿ ਕੈਨੇਡਾ ਇੱਕ ਤਰੱਕੀ ਯਾਫਤਾ ਦੇਸ਼ ਤਾਂ ਹੈ ਹੀ, ਪਰ ਦੁਨੀਆ ਵਿੱਚ ਇੱਕ ਛਵੀ ਬਣੀ ਹੋਈ ਹੈ ਕੈਨੇਡਾ ਦੀ ਕਿ ਬਹੁਤ ਇੱਕ ਇਨਸਾਫ ਪਸੰਦ ਦੇਸ਼ ਹੈ। ਜੇ ਸੱਚਮੁੱਚ ਇਨਸਾਫ ਪਸੰਦ ਦੇਸ਼ ਹੈ ਤਾਂ ਫਿਰ ਇਹੋ ਜਿਹੀ ਖਬਰਾਂ ਕਿਉਂ ਆ ਰਹੀਆਂ ਇੱਥੇ? ਹੁਣ ਜਿਵੇਂ ਕੱਲ ਦੀ ਖਬਰ ਸੀਗੀ, ਸ਼ਾਇਦ ਤੁਸੀਂ ਗੌਰ ਕੀਤਾ ਹੋਵੇ, ਜਿਹੜੇ ਪੁਰਾਣੇ ਜੰਗਲ ਦੀ ਕਟਾਈ ਦੇ ਖਿਲਾਫ ਵੈਨਕੂਵਰ ਆਈਲੈਂਡ ਤੇ ਉਹਨਾਂ ਵੱਲੋਂ ਇੱਕ ਰੈਲੀ ਕੱਢੀ ਜਾ ਰਹੀ ਸੀ। ਕੁਝ ਡਰਾਈਵਰਾਂ ਨੇ ਉਹਨਾਂ ਵਿੱਚੋਂ 6 ਨੂੰ ਘੜੀਸਣ ਦੀ ਕੋਸ਼ਿਸ਼ ਕੀਤੀ। ਸੋ ਇਹ ਜਿਹੜਾ ਦੱਸਦਾ ਕਿ ਲੋਕਾਂ ਦੇ ਮਨਾਂ ਵਿੱਚ ਬਜਾਏ ਕਿ ਉਹਨਾਂ ਦੀ ਵਿਚਾਰਾਂ ਨੂੰ ਸੁਣੀਏ ਜਾਂ ਅਮਲ ਕਰੀਏ, ਅਸੀਂ ਉਹਨਾਂ ਦੇ ਖਿਲਾਫ ਨਫ਼ਰਤ ਫੈਲਾ ਰਹੇ ਹਾਂ। ਸੋ ਇਹ ਬਹੁਤੇ ਚੰਗੇ ਸੰਕੇਤ ਨਹੀਂ ਗੇ, ਔਰ ਕੈਨੇਡਾ ਵਾਸਤੇ ਤਾਂ ਬਹੁਤ ਸ਼ਰਮਸਾਰ ਕਰਨ ਵਾਲੀ ਗੱਲ। BC ਦੇ ਵਿੱਚ ਅਸੀਂ ਦੇਖਿਆ ਗੁਰਪ੍ਰੀਤ ਜੀ, ਹੁਣ ਸਿਟੀ ਦੇ ਵੱਲੋਂ ਥਾਂ ਤੇ ਰੁੱਖ ਲਗਾਉਣ ਦੀ ਵੀ ਗੱਲ ਕਹੀ ਜਾ ਰਹੀ ਹੈ, ਔਰ ਨੋ ਡਾਊਟ ਅਰਥ ਡੇ ਤੋਂ ਪਹਿਲਾਂ ਹੀ ਜਿਹੜੀ ਉਹਨਾਂ ਨੇ ਸ਼ੁਰੂਆਤ ਇਸ ਚੀਜ਼ ਦੀ ਕਰ ਦਿੱਤੀ ਸੀਗੀ। ਸਮੇਂ ਦੇ ਉੱਤੇ ਜਿੰਨਾ ਕੁ ਹੋ ਸਕਦਾ ਉਹ ਆਪਣੇ ਤੌਰ ਤੇ ਕਰ ਰਹੇ ਨੇ। ਇੱਕ ਪਾਸੇ ਰੁੱਖ ਲਗਾਏ ਜਾ ਰਹੇ ਨੇ, ਇੱਕ ਪਾਸੇ ਰੁੱਖ ਹਟਾ ਕੇ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਨੇ, ਤੇ ਇਹ ਜਿਹੜਾ ਇਹ ਬੈਲੈਂਸ ਤਾਂ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਇੱਕ ਪਾਸੇ ਅਸੀਂ ਰੁੱਖ ਲਗਾ ਕੇ ਇਹ ਜਤਾ ਰਹੇ ਹਾਂ ਵੀ ਅਸੀਂ এনवायरमेंट ਪ੍ਰਤੀ ਜਿਹੜਾ ਚਿੰਤਾ ਅਸੀਂ ਕਰਦੇ ਹਾਂ, ਅਸੀਂ ਉਹਨੂੰ ਬਚਾਉਣ ਦੇ ਲਈ ਆਹ ਕੋਸ਼ਿਸ਼ਾਂ ਕਰਦੇ ਹਾਂ। ਕਲਾਈਮੇਟ ਬਹੁਤ ਵੱਡਾ ਇਸ਼ੂ ਹੈ, ਚੋਣ ਮੁੱਦਾ ਵੀ ਬਹੁਤ ਵੱਡਾ ਰਿਹਾ ਹੈ ਕਲਾਈਮੇਟ ਇਸ਼ੂ ਦਾ। ਤੇ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਵੀ ਹਰ ਥਾਂ ਦੇ ਉੱਤੇ ਰੁੱਖ ਕੱਟ ਕੇ ਅਸੀਂ ਬਿਲਡਿੰਗਾਂ ਉਹਨਾਂ ਥਾਵਾਂ ਤੇ, ਈਵਨ ਕਿ ਉਹ ਥਾਵਾਂ ਜਿੱਥੇ ਕਿ ਜ਼ਰੂਰਤ ਵੀ ਨਹੀਂ ਮਹਿਸੂਸ ਕੀਤੀ ਜਾ ਰਹੀ ਸੀ, ਜਿੱਥੇ ਸਰ ਸਕਦਾ ਸੀਗਾ, ਉਹਨਾਂ ਦੀ ਵੀ ਕਟਾਈ ਕਰਕੇ ਉੱਥੇ ਵੱਡੇ ਘਰ ਬਣੇ, ਉੱਥੇ ਬਿਲਡਿੰਗਾਂ ਬਣਦੀਆਂ ਜਾ ਰਹੀਆਂ ਨੇ। ਸੋ ਇਹ ਕਿੰਨਾ ਕੁ ਤੁਸੀਂ ਆਪਣੇ ਐਂਗਲ ਤੋਂ ਕਿਵੇਂ ਦੇਖਦੇ ਹੋ? ਆਈ ਥਿੰਕ ਜਦੋਂ ਦੇ ਕੈਨੇਡਾ ਦੇ ਵਿੱਚ ਤੁਸੀਂ ਵਿਚਰ ਰਹੇ ਹੋ, ਮੈਂ ਤਾਂ ਬਹੁਤ ਬਾਅਦ ਦੇ ਵਿੱਚ ਆਈ ਹਾਂ, ਪਰ ਜਿੰਨਾ ਕੁ ਮੈਂ ਇੱਥੋਂ ਦਾ ਜੋ ਹਾਲ ਜਾਣਿਆ ਉਹਦੇ ਵਿੱਚ ਇਹੀ ਨਜ਼ਰ ਆਉਂਦਾ ਵੀ ਇੱਕ ਚੀਜ਼ ਹਟਾ ਕੇ ਦੂਜੀ ਲਗਾ ਕੇ, ਮਤਲਬ ਉਹਨੂੰ ਬੈਲੈਂਸ ਕਰਨ ਦੀ ਸਿਰਫ ਲੋਕਾਂ ਨੂੰ ਦਿਖਾਈ ਜਾਂਦੀ ਹੈ ਇਹ ਚੀਜ਼, ਪਰ ਅਸੀਂ ਧਿਆਨ ਤੇ ਹੁਣ ਕੋਈ ਨਹੀਂ ਦੇ ਰਹੇ। ਔਰ ਕਿਤੇ ਨਾ ਕਿਤੇ ਇਹ ਚੀਜ਼ ਸਾਨੂੰ ਘਾਟਾ ਹੀ ਪਾ ਰਹੀ ਹੈ, ਔਰ ਇਹ ਕਿਤੇ ਨਾ ਕਿਤੇ ਅੱਗੇ ਲਈ ਬਹੁਤ ਜ਼ਿਆਦਾ ਨੁਕਸਾਨ ਪੈਦਾ ਕਰ ਰਹੀ ਹੈ। ਕੀ ਇਦਾਂ ਕੁਝ ਹੈ? ਦੇਖੋ, ਇਹ ਟ੍ਰੈਂਡ ਤਾਂ ਬੜੀ ਚਿਰ ਦਾ ਚੱਲਦਾ ਆ ਰਿਹਾ। ਇਹ ਇਕੱਲਾ ਸਰੀ ਦਾ ਮਸਲਾ ਨਹੀਂਗਾ, ਇਕੱਲਾ ਕੈਨੇਡਾ ਦਾ ਨਹੀਂ, ਕਿ ਦੁਨੀਆ ਭਰ 'ਚ ਜਿਹੜੇ ਕਾਰਪੋਰੇਟਸ ਨੇ ਵੱਡੇ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਕਿ ਉਹਨਾਂ ਨੇ ਵਾਤਾਵਰਨ ਦਾ ਨੁਕਸਾਨ ਕੀਤਾ, ਉਹਨਾਂ ਨੇ ਸਾਰਾ ਕੁਝ ਬੈਲੈਂਸ ਕਰਨ ਦੀ ਖਾਤਰ ਕਈ ਥਾਵਾਂ ਦੇ ਕਾਗਜ਼ਾਂ 'ਚ ਵੀ ਦਿਖਾਇਆ, ਔਰ ਹਕੀਕਤ 'ਚ ਵੀ ਟਰੀ ਪਲਾਂਟੇਸ਼ਨ ਦੇ ਪ੍ਰੋਜੈਕਟ ਚਲਾਏ ਹੋਏ, ਜਿੱਥੇ ਸ਼ਾਇਦ ਨਹੀਂ ਵੀ ਲੋੜ, ਉੱਥੇ ਟਰੀ ਪਲਾਂਟੇਸ਼ਨ ਕਰਕੇ ਉਹਨਾਂ ਥਾਵਾਂ ਤੇ ਕਬਜ਼ਾ ਕੀਤਾ ਹੋਇਆ। ਜਿੱਥੇ
ਪਹਿਲਾਂ ਰੁੱਖ ਲੱਗੇ ਸੀ ਉਹਨਾਂ ਦਾ ਉਜਾੜਾ ਕਰ ਦਿੱਤਾ। ਸੋ ਦਿਖਾ ਦਿੱਤਾ ਜਨਤਾ ਨੂੰ ਕਿ ਅਸੀਂ ਤਾਂ ਕਿੰਨੇ ਵਾਤਾਵਰਣ ਪ੍ਰੇਮੀ ਹਾਂ, ਦੇਖੋ ਅਸੀਂ ਰੁੱਖ ਵੀ ਲਾ ਰਹੇ ਹਾਂ। ਸੋ ਕਾਗਜ਼ੀ ਕਾਰਵਾਈ ਹੋਰ ਹੁੰਦੀ ਹੈ, ਹਕੀਕਤ ਦੇ ਵਿੱਚ ਜੋ ਕਰਨਾ ਅਮਲ ਉਹ ਇੱਕ ਵੱਖਰੀ ਗੱਲ ਆ। ਸਰੀ ਵਿੱਚ ਬੇਸ਼ੱਕ ਉਹ ਰੁੱਖ ਲਾਈ ਜਾਂਦੇ ਨੇ, ਬੜੀ ਚੰਗੀ ਗੱਲ ਜਮ ਲਾਓ, ਪਰ ਸਵਾਲ ਇਹ ਵੀ ਪੈਦਾ ਹੁੰਦਾ 84 ਐਵਨਿਊ ਦੇ ਉੱਤੇ ਜਿਹੜਾ ਕਿੰਗ ਜਾਰਜ ਦਾ ਜਿਹੜਾ ਇੱਕ ਸੜਕ ਦਾ ਟੋਟਾ ਬੇਸਕਲੀ ਪਾਰਕ ਵੱਲੋਂ ਜਾਂਦਾ, ਉੱਥੋਂ ਇੱਕ ਸੜਕ ਕੱਢਣ ਦੀ ਖਾਤਰ ਇੱਕ ਪਹਿਲਾਂ ਤੋਂ ਹੀ ਜਿਹੜਾ ਇੱਕ ਜੰਗਲ ਆ ਉੱਥੇ ਉਸ ਦੀ ਕਟਾਈ ਦੇ ਲਈ ਮਨਜ਼ੂਰੀ ਦਿੱਤੀ ਗਈ, ਉਸ ਨੂੰ ਲੈ ਕੇ ਵਿਰੋਧ ਵੀ ਹੋਇਆ। ਔਰ ਲੋਕ ਸਮਝਦੇ ਨੇ ਕਿ ਗ੍ਰੀਨ ਪੈਚ ਸਰੀ ਵਿੱਚ ਵੈਸੇ ਵੀ ਘੱਟ ਨੇ, ਤੁਸੀਂ ਆ ਜਿਹੜਾ ਇੱਕ ਪਹਿਲਾਂ ਤੋਂ ਕੁਦਰਤ ਵੱਲੋਂ ਸਾਨੂੰ ਬਖਸ਼ਿਸ਼ ਸੀਗੀ ਤੁਸੀਂ ਉਹਦਾ ਵੀ ਉਜਾੜਾ ਕਰ ਰਹੇ ਹੋ। ਕੋਈ ਜ਼ਰੂਰੀ ਨਹੀਂ ਕਿ ਉੱਥੇ ਸੜਕ ਕੱਢੀ ਜਾਵੇ, ਜੇ ਹੋਰ ਕੋਈ ਤਰੀਕਾ ਕੱਢ ਲਓ। ਸੋ ਇਹ ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਜਿਹਦੇ ਕਰਕੇ ਲੋਕ ਇਤਰਾਜ਼ ਕਰ ਰਹੇ। ਹੁਣ ਤੁਸੀਂ ਵੇਖੋ ਕਿ ਇੱਥੋਂ ਜਿਵੇਂ ਸਪੋਜ਼ ਮੈਂ 2001 'ਚ ਇੱਥੇ ਆਇਆ ਸੀਗਾ, ਰਾਦਰ 2000 'ਚ ਆਇਆ ਸੀ ਮੈਂ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਵੇਖ ਰਹੇ ਕਿ ਸਕਾਈ ਟ੍ਰੇਨ ਜਿਹੜੀ ਇੱਕੋ ਹੀ ਆ ਚੱਲ ਰਹੀ ਹੈ ਵੈਨਕੂਵਰ ਵਾਲੀ, ਜਿੱਥੋਂ ਜਾਈਦਾ ਉਹਦੇ 'ਚ ਥੋੜੀ 1-2 ਲਾਈਨਾਂ ਵਧਾ ਦਿੱਤੀਆਂ ਗਈਆਂ, ਜਦੋਂ ਕਿ ਸਕਾਈ ਟ੍ਰੇਨਾਂ ਦਾ ਜਾਲ ਤਾਂ ਬਹੁਤ ਪਹਿਲਾਂ ਵਿਛਾ ਦੇਣਾ ਚਾਹੀਦਾ ਸੀਗਾ। ਸਕਾਈ ਟ੍ਰੇਨ ਤਾਂ ਵਾਈਟ ਰੌਕ ਤੱਕ ਜਾਣੀ ਚਾਹੀਦੀ ਸੀ, ਸਕਾਈ ਟ੍ਰੇਨ ਤਾਂ ਐਬਟਸਫੋਰਡ ਤੱਕ ਵੀ ਜਾ ਸਕਦੀ ਸੀਗੀ। ਔਰ ਇਸ ਦੇ ਟਾਕਰੇ ਤੇ ਯੂਰਪ ਵੀ ਜਾ ਕੇ ਵੇਖੋ, ਉੱਥੇ ਪਬਲਿਕ ਟਰਾਂਸਪੋਰਟ ਕਿੰਨਾ ਸਟਰੋਂਗ ਹੈ, ਹਾਂਜੀ, ਉਸ ਦਾ ਨੈਟਵਰਕ ਕਿੰਨਾ ਸਟਰੋਂਗ ਹੈ ਰਸ਼ੀਆ ਵਰਗੇ ਦੇਸ਼ ਵਿੱਚ। ਤੇ ਅਜੇ ਮੈਂ ਸਮਝਦਾ ਕਿ ਅਸੀਂ ਬਹੁਤ ਪਛੜੇ ਹੋਏ ਹਾਂ ਕਈ ਗੱਲਾਂ ਵਿੱਚ, ਯੂਰਪ ਸਾਡੇ ਤੋਂ ਅੱਗੇ ਹੈ। ਯੂਰਪ ਨੇ ਜਿਹੜੀ ਬਦਲਵੀਂ ਟੈਕਨੋਲੋਜੀ ਹੈ, ਚਾਹੇ ਉਹ ਸੋਲਰ ਪੈਨਲ ਨੇ, ਚਾਹੇ ਵਿੰਡ ਟਰਬਾਈਨਸ ਨੇ, ਉਹਨਾਂ ਦੇ ਉੱਤੇ ਉਹਨਾਂ ਦੀ ਨਿਰਭਰਤਾ, ਉਹਦੇ ਵਿੱਚ ਬਿਜਲੀ ਤਿਆਰ ਕੀਤੀ ਜਾ ਰਹੀ। ਅਸੀਂ ਉਹ ਪੁਰਾਣਾ ਮਾਡਲ ਲੈ ਕੇ ਬੈਠੇ ਸਾਈਟ ਸੀ ਡੈਮ ਦਾ। ਹੁਣ ਜਸਟੀਫਾਈ ਇਹ ਕਰਨਗੇ ਕਿ ਜੇ ਇਲੈਕਟ੍ਰਿਕ ਵਹੀਕਲ ਦੀ ਲੋੜ ਹੈ ਤਾਂ ਸ਼ਾਇਦ ਬਿਜਲੀ ਵਾਸਤੇ ਸਾਨੂੰ ਸਾਈਟ ਸੀ ਡੈਮ ਦੀ ਲੋੜ ਹੈ, ਪਰ ਬਿਜਲੀ ਪੈਦਾ ਕਰਨ ਦੇ ਹੋਰ ਵੀ ਸਾਧਨ ਨੇ। ਸੋਲਰ ਪੈਨਲ ਜਿਹੜੇ ਆ ਸੂਰਜ ਦੀ ਸ਼ਕਤੀ ਨਾਲ ਬਿਜਲੀ ਤਿਆਰ ਕਰ ਸਕਦੇ ਆ। ਸਾਨੂੰ ਇੱਕ ਥਾਂ ਨੂੰ ਪਾਣੀ ਨਾਲ ਪੂਰ ਕੇ ਉਹਦਾ ਸਤਿਆਨਾਸ਼ ਕਰਨ ਦੀ ਲੋੜ ਨਹੀਂ ਹੈ। ਸੋ ਕਈ ਤਰ੍ਹਾਂ ਦੇ ਸਵੈ ਵਿਰੋਧੀ ਗੱਲਾਂ ਹੋ ਰਹੀਆਂ। ਰੁੱਖ ਲਾਉਣਾ ਵੱਖਰੀ ਗੱਲ ਹੈ, ਪਰ ਰੁੱਖ ਲਾਉਣ ਪਿੱਛੇ ਮਨਸ਼ਾ ਜੇ ਇਹ ਹੈ ਕਿ ਕਈ ਥਾਵਾਂ ਤੇ ਰੁੱਖ ਜਿੱਥੇ ਨਹੀਂ ਸੀ ਲੋੜ ਉੱਥੇ ਵੱਢ ਕੇ ਤੇ ਲਾਉਣਾ, ਉਹਦਾ ਇਹਦਾ ਕੋਈ ਸੈਂਸ ਨਹੀਂ ਬਣਨੀ। ਕਿਉਂਕਿ ਜਦੋਂ ਤੁਸੀਂ ਰੁੱਖ ਵੱਢਦੇ ਹੋ, ਪੁਰਾਣੇ ਜੰਗਲ ਦੀ ਕਟਾਈ ਕਰਦੇ ਹੋ, ਤਾਂ ਉਸ ਦੇ ਨਾਲ ਕਈ ਜੀਵ ਜੰਤੂ ਨੇ ਉਹ ਵੀ ਨਸ਼ਟ ਹੁੰਦੇ ਨੇ। ਉਹਨਾਂ ਜੀਵ ਜੰਤੂਆਂ ਦੀ ਹੋਂਦ ਦਾ ਮਨੁੱਖ ਦੇ ਲਈ ਕੋਈ ਖਾਸ ਇੱਕ ਮਹਿਣਾ ਵੀ ਹੈ, ਅਸੀਂ ਉਸ ਤੋਂ ਵੀ ਮੁਨਕਰ ਹੋ ਰਹੇ ਹਾਂ ਜੀ। ਬਿਲਕੁਲ, ਖੁਰਾਕ ਸੰਕਟ ਪੈਦਾ ਹੋਊਗਾ ਲੰਬੇ ਸਮੇਂ ਦੇ ਵਿੱਚ, ਇਹ ਸਾਰੀਆਂ ਗੱਲਾਂ ਨੋਟ ਕਰਨ ਵਾਲੀਆਂ। ਬਿਲਕੁਲ। ਹੁਣ ਸਰਕਾਰਾਂ ਤੋਂ ਨਿਕਲ ਕੇ ਜਦੋਂ ਕਮਿਊਨਿਟੀ ਵੱਲ ਨੂੰ ਆ ਜਾਈਏ ਗੁਰਪ੍ਰੀਤ ਜੀ, ਹੁਣ ਅਸੀਂ ਗੱਲ ਕਰੀਏ ਸਾਰੇ ਆਪਣੇ ਐਂਗਲ ਤੋਂ। ਕਮਿਊਨਿਟੀ, ਹੁਣ ਚਲੋ ਹਰ ਕਮਿਊਨਿਟੀ ਦੀ ਮੈਂ ਇੱਥੇ ਜ਼ਿਕਰ ਕਰਾਂਗੀ, ਅਸੀਂ ਆਪਣੇ ਤੌਰ ਦੇ ਉੱਤੇ ਕੀ ਕਰ ਰਹੇ ਹਾਂ? ਕੀ ਅਸੀਂ ਪੂਰੇ ਤਰੀਕੇ ਨਾਲ ਸਰਕਾਰਾਂ ਦੇ ਉੱਤੇ ਹੀ ਡਿਪੈਂਡ ਬੈਠੇ ਹਾਂ ਵੀ ਸਰਕਾਰਾਂ ਨੇ ਜੋ ਕੁਛ ਕਰਨਾ ਫਿਰ ਸਾਨੂੰ ਕੁਛ ਕਰਨ ਨੂੰ ਕਹੂਗੇ ਜਦੋਂ ਸਰਕਾਰ, ਤੇ ਉਹ ਅਸੀਂ ਕਰਨਾ ਹੈ? ਆਪਣੇ ਤੌਰ ਦੇ ਉੱਤੇ ਸਾਡੀਆਂ ਕੋਈ ਕਦੀ ਕੋਸ਼ਿਸ਼ਾਂ ਹੋਈਆਂ, ਤੇ ਜੇ ਹੋਈਆਂ ਵੀ ਤਾਂ ਕਿਵੇਂ ਦੀਆਂ ਕੋਸ਼ਿਸ਼ਾਂ ਅਸੀਂ ਕਰਦੇ ਹਾਂ ਜਾਂ ਸਾਨੂੰ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਅਸੀਂ ਵੀ ਆਪਣਾ ਇਹਦੇ ਵਿੱਚ ਅਹਿਮ ਰੋਲ ਜਿਹੜਾ ਉਹ ਨਿਭਾ ਸਕੀਏ? ਦੇਖੋ, ਜਿਵੇਂ ਮਿਸਾਲ ਦੇ ਤੌਰ ਤੇ ਅੱਜ ਸ਼ਾਮ ਨੂੰ 4:30 ਵਜੇ ਜਿਹੜਾ ਵੈਨਕੂਵਰ ਸਿਟੀ ਹਾਲ ਆ, ਉਸ ਦੇ ਬਾਹਰ ਇਕੱਠ ਹੋ ਰਿਹਾ। ਜਿਹੜੇ ਵੀ ਐਨਵਾਇਰਨਮੈਂਟ ਨੂੰ ਅਪਣਾਏ ਹੋਏ ਗਰੁੱਪ ਨੇ ਉਹਨਾਂ ਨੂੰ ਰਲ ਕੇ ਇਕੱਠ ਕੀਤਾ ਜਾ ਰਿਹਾ। ਉੱਥੇ ਲੋਕਾਂ ਨੂੰ ਜਾਗਰੂਕਤਾ ਦੇਣ ਦੇ ਲਈ ਸੱਦ ਰਹੇ ਨੇ। ਸਾਡੇ ਭਾਈਚਾਰੇ ਦਾ ਫਰਜ਼ ਬਣਦਾ ਲੋਕ ਉੱਥੇ ਪਹੁੰਚਣ। ਜੇ ਅਸੀਂ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਦੇ ਅਨੁਯਾਈ ਹਾਂ, ਪਵਨ ਗੁਰੂ ਪਾਣੀ ਪਿਤਾ ਦੇ ਵਿੱਚ ਸਾਡਾ ਵਿਸ਼ਵਾਸ ਹੈ, ਜਾਓ ਉਹਨਾਂ ਦੀ ਗੱਲ ਸੁਣੋ, ਆਪਣੇ ਵਿਚਾਰ ਉਹਨਾਂ ਨੂੰ ਦਿਓ, ਉਹਨਾਂ ਦੇ ਵਿਚਾਰ ਤੁਸੀਂ ਗ੍ਰਹਿਣ ਕਰੋ। ਪਰ ਕਈ ਵਾਰੀ ਮੈਂ ਦੇਖਿਆ ਕਿ ਸਾਡੀ ਦਿਲਚਸਪੀਆਂ ਹੋਰ ਨੇ। ਹੁਣ ਮੈਂ ਮਿਸਾਲ ਜਿਹੜੀ ਚਾਹੂੰਗਾ, ਗ੍ਰੈਟਾ ਟੂਨਬਰਗ ਨੇ, ਜਿਹੜੀ ਛੋਟੀ ਜੀ ਇੱਕ ਲੜਕੀ ਨੇ ਐਨਵਾਇਰਨਮੈਂਟ ਦੇ ਉੱਤੇ ਕੰਮ ਕਰ ਰਹੀ, ਉਸਨੇ ਕਿਤਾਬ ਵੀ ਲਿਖੀ ਹੈ। ਉਹ ਇੱਕ ਗੱਲ ਕਹਿੰਦੀ ਨੁਕਤੇ ਵਾਲੀ, ਉਹ ਕਹਿੰਦੀ ਇਸ ਸਮੇਂ ਸਾਡੇ ਘਰ ਨੂੰ ਅੱਗ ਲੱਗੀ ਹੋਈ ਹੈ ਔਰ ਸਾਨੂੰ ਪੈਨਿਕ ਕਰਨਾ ਚਾਹੀਦਾ, ਕਿਉਂਕਿ ਸਾਡੇ ਤੇ ਇਲਜ਼ਾਮ ਲੱਗਦਾ ਕਿ ਅਸੀਂ ਜੋ ਕਹਿ ਰਹੇ ਹਾਂ ਅਸੀਂ ਪੈਨਿਕ ਫੈਲਾ ਰਹੇ ਹਾਂ। ਪਰ ਕਹਿੰਦੀ ਪੈਨਿਕ ਤੁਹਾਨੂੰ ਕਰਨਾ ਚਾਹੀਦਾ, ਕਿਉਂਕਿ ਸੁਭਾਵਿਕ ਗੱਲ ਆ, ਜਦੋਂ ਤੁਹਾਡਾ ਘਰ ਨੂੰ ਅੱਗ ਲੱਗੀ ਹੋਵੇ ਤੁਸੀਂ ਕੀ ਕਰੋਗੇ? ਪੈਨਿਕ ਨਹੀਂ ਕਰੋਗੇ। ਉਹ ਪੈਨਿਕ ਕਿੱਥੇ ਆ? ਉਹ ਰੋਸਾ ਉਹ ਕਿੱਥੇ ਆ? ਸਾਡਾ ਰੋਸਾ ਕਈ ਵਾਰੀ ਬਹੁਤ ਹੋਰ ਥਾਵਾਂ ਤੇ ਨਿਕਲਦਾ, ਪਰ ਜਿੱਥੇ ਨਿਕਲਣਾ ਚਾਹੀਦਾ ਉੱਥੇ ਨਿਕਲ ਨਹੀਂ ਰਿਹਾ। ਨਾ ਅਸੀਂ ਉਸ ਤਰੀਕੇ ਨਾਲ ਅਗਰੈਸਿਵਲੀ ਚੱਲ ਰਹੇ ਹਾਂ। ਹੁਣ ਪਿੱਛੇ ਜਿਵੇਂ ਇੱਥੇ ਇੱਕ ਸੰਕਟ ਆਏ ਸੀਗੇ, ਇਲੈਕਸ਼ਨਾਂ ਵੇਲੇ ਮੁੱਦਾ ਬਣ ਗਿਆ, ਕੁਝ ਲੋਕਾਂ ਨੇ ਬਣਾਇਆ ਵੀ, ਪਰ ਉਹ ਤਾਂ ਜਦੋਂ ਲੋਕ ਖੁਦ ਪ੍ਰਭਾਵਿਤ ਹੋਏ। ਪਰ ਆਮ ਤੌਰ ਤੇ ਕਿੰਨੀ ਕੁ ਵਾਰੀ ਅਸੀਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਹਨਾਂ ਮੁੱਦਿਆਂ ਦੇ ਅਕਾਊਂਟੇਬਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਸਾਡੇ ਭਾਈਚਾਰੇ 'ਚ ਇੱਕ ਗੱਲ ਇਹ ਚਲਾਈ ਜਾਂਦੀ ਕਿ ਦੇਖੋ ਜੀ ਸਾਈਟ ਸੀ ਡੈਮ ਦੇ ਨਾਲ ਤਾਂ ਨੌਕਰੀਆਂ ਪੈਦਾ ਹੋਣਗੀਆਂ। ਹਾਲਾਂਕਿ ਇਹ ਗੱਲ ਸਿੱਧ ਹੋਈ ਹੈ, ਉਨੀਆਂ ਨੌਕਰੀਆਂ ਪੈਦਾ ਨਹੀਂ ਹੋਣੀ ਜਿੰਨਾ ਝਾਂਸਾ ਦਿੱਤਾ ਜਾ ਰਿਹਾ। ਨੌਕਰੀਆਂ ਤੇ ਤੁਸੀਂ ਉਦੋਂ ਵੀ ਪੈਦਾ ਕਰ ਸਕਦੇ ਹੋ ਜਦੋਂ ਤੁਸੀਂ ਸੋਲਰ ਪੈਨਲ ਲਾਓਗੇ, ਸੋਲਰ ਪੈਨਲ ਟੈਕਨੋਲੋਜੀ ਨੂੰ ਵਧਾਓਗੇ, ਨੌਕਰੀਆਂ ਉਹਦੇ ਨਾਲ ਵੀ ਪੈਦਾ ਹੋਣਗੀਆਂ। ਜੇ ਤੁਸੀਂ ਪਬਲਿਕ ਟਰਾਂਸਪੋਰਟ ਦੇ ਲਈ ਸਕਾਈ ਟ੍ਰੇਨਾਂ ਦਾ ਜਾਲ ਵਿਛਾਓਗੇ, ਸਕਾਈ ਟ੍ਰੇਨ ਸਟੇਸ਼ਨ ਤਿਆਰ ਕਰੋਗੇ, ਟ੍ਰੇਨਾਂ ਤਿਆਰ ਕਰੋਗੇ, ਨੌਕਰੀਆਂ ਉਦੋਂ ਵੀ ਪੈਦਾ ਹੋਣਗੀਆਂ। ਬਿਲਕੁਲ। ਸੋ ਇਹ ਗੱਲਾਂ ਜਿਹੜੀਆਂ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਸਾਡੇ ਨੇਤਾਵਾਂ ਨੂੰ। ਇਹ ਨਹੀਂ ਕਿ ਸਿਰਫ ਉਹਨਾਂ ਦੇ ਨਾਲ ਆਏ ਤੇ ਸੈਲਫੀਆਂ ਖਿਚਾ ਲਈਆਂ ਤੇ ਗੱਲ ਖਤਮ ਹੋ ਗਈ। ਸੋ ਇਹ ਜਿਹੜਾ ਰੁਝਾਨ ਹੈ, ਜਿਹੜੀ ਚਮਚਾਗਿਰੀ ਵਾਲਾ ਜਾਂ ਜਿਹਨੂੰ ਕਹਿੰਦੇ ਨਾ ਕਿ ਸ਼ਖਸੀ ਪੂਜਾ, ਇਹ ਹੁਣ ਬਦਲਣ ਦੀ ਲੋੜ ਆ। ਸਰਕਾਰਾਂ ਦੀ ਡਿਪੈਂਡੈਂਸੀ ਤੋਂ ਵੀ ਬਾਹਰ ਸਾਨੂੰ ਜਿਹੜਾ ਉਹ ਆਉਣਾ ਪੈਣਾ ਹੈ ਨਾ। ਤੇ ਹੁਣ ਜਦੋਂ ਗੁਰਪ੍ਰੀਤ ਜੀ
ਗੱਲ ਕੀਤੀ ਜਾ ਰਹੀ ਵੀ ਕਮਿਊਨਿਟੀ ਆਪਣੇ ਤੌਰ ਦੇ ਉੱਤੇ ਵੀ ਕਰ ਸਕਦੀ। ਹੁਣ ਜਦੋਂ ਕਮਿਊਨਿਟੀ ਦੇ, ਮੈਨੂੰ ਲੱਗਦਾ ਕੈਨੇਡਾ ਦੇ ਵਿੱਚ ਤਾਂ ਹਰ ਬੰਦੇ ਦੇ ਇੱਕ ਰੂਲਸ ਦੇ ਨਾਲ ਹੀ ਬੜੇ ਹੱਥ, ਨਿਯਮਾਂ ਦੇ ਵਿੱਚ ਬੜਾ ਬੰਦੇ ਉਲਝੇ ਹੋਏ ਨੇ। ਨਿਯਮ ਨੇ, ਇੱਥੇ ਆਹ ਚੀਜ਼ ਕਰਨੀ, ਉੱਥੇ ਨਾ। ਤੇ ਜੇ ਇੰਡੀਵਿਜੂਅਲੀ ਕੋਈ ਬੰਦਾ ਕੋਸ਼ਿਸ਼ ਵੀ ਕਰੇ, ਮੰਨ ਲਓ ਇੱਕ ਰੁੱਖ ਵੀ ਲਾਣਾ, ਤੇ ਉਹਦੇ ਲਈ ਵੀ ਪਹਿਲਾਂ ਉਹਨਾਂ ਨੂੰ 100 ਤਰ੍ਹਾਂ ਦੇ ਰੂਲਸ ਵਿੱਚੋਂ ਨਿਕਲਣਾ ਪਏਗਾ। ਸੋ ਉਹ ਸਾਰੀਆਂ ਇੱਕ ਆਸਾਨ ਸਿੰਪਲ ਭਾਸ਼ਾ ਦੇ ਵਿੱਚ ਇੱਕ ਆਮ ਇਨਸਾਨ ਜੇਕਰ ਵਾਤਾਵਰਣ ਲਈ ਕੁਝ ਕਰਨਾ ਚਾਹੁੰਦਾ ਹੈ ਤਾਂ ਉਹ ਕੀ ਕਰ ਸਕਦਾ ਹੈ? ਹੁਣ ਠੀਕ ਹੈ, ਸਰਕਾਰੀ ਤੌਰ ਪੋਰਟੇਬਲ ਦੀ ਗੱਲ ਕੀਤੀ ਗਈ ਸੀ, ਜਾਂ ਹੋਰ ਚੀਜ਼ਾਂ ਬਹੁਤ ਸਾਰੀਆਂ ਕਿ ਆਹ ਚੀਜ਼ਾਂ ਨਾਲ ਕਿਤੇ ਨਾ ਕਿਤੇ ਵਾਤਾਵਰਣ ਬਹੁਤ ਖਰਾਬ ਹੁੰਦਾ, ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ, ਔਰ ਉਹ ਨੋ ਡਾਊਟ ਹੋਈਆਂ ਵੀ ਹੈ। ਇਸ ਤੋਂ ਇਲਾਵਾ ਹੋਰ ਕੀ ਕੀਤਾ ਜਾ ਸਕਦਾ ਹੈਗਾ? ਜੇ ਨਿਯਮਾਂ ਦੇ ਵਿੱਚ ਹੀ ਇੱਕ ਇਨਸਾਨ ਉਲਝਾ ਰਹੇਗਾ ਤਾਂ ਆਪਣੇ ਤੌਰ ਦੇ ਉੱਤੇ ਉਹ ਕੀ ਕਰ ਸਕਦਾ? ਨਹੀਂ, ਤੁਹਾਡੇ ਕੋਲ ਜਿਹੜੇ ਥੋੜਾ ਜਿਹਾ ਵਿਹਲਾ ਸਮਾਂ ਹੁੰਦਾ ਉਸ ਵਿੱਚ ਤੁਸੀਂ ਆਪਣੇ ਆਪ ਨੂੰ এনवायरमेंट ਬਾਰੇ ਜਾਗਰੂਕ ਕਰਨ ਲਈ ਕੁਝ ਪੜ੍ਹੋ, ਉਸ ਨਾਲ ਜੁੜੇ ਵਿਸ਼ੇ ਦੇ ਬਾਰੇ ਡਿਸਕਸ਼ਨ ਕਰੋ, ਜਾਂ ਕੋਈ ਚੈਨਲ ਵੇਖੋ ਜਾ ਕੇ ਉੱਦਾਂ ਦਾ, ਜਿਵੇਂ ਤੁਸੀਂ ਕਰ ਰਹੇ ਹੋ ਐਜ਼ ਮੀਡੀਆ ਪਰਸਨ ਕਿ ਇਸ ਮੰਚ ਤੋਂ ਮੁਹੱਈਆ ਕਰਕੇ ਇਸ 'ਤੇ ਚਰਚਾ ਕਰ ਰਹੇ ਹੋ, ਇੱਦਾਂ ਹੋਰ ਮੀਡੀਆ ਵਾਲੇ ਵੀ ਕਰਨ। ਮਤਲਬ ਹਰ ਇੱਕ ਵਿਅਕਤੀ ਕੁਛ ਨਾ ਕੁਛ ਤਾਂ ਆਪਣੇ ਤੌਰ 'ਤੇ ਕਰ ਹੀ ਸਕਦਾ। ਤੁਸੀਂ ਜਿਹੜਾ ਪਲਾਸਟਿਕ ਬੈਗਸ ਦੀ ਥਾਂ 'ਤੇ ਕਾਗਜ਼ਾਂ ਦੇ ਲਿਫਾਫੇ ਇਸਤੇਮਾਲ ਕਰੋ, ਜਿਵੇਂ ਇੰਡੀਆ 'ਚ ਰੁਝਾਨ ਸੀਗਾ, ਜਿਹੜੇ ਰੀਸਾਈਕਲ ਹੋ ਸਕਦੀਆਂ ਚੀਜ਼ਾਂ, ਜਿਹੜੀਆਂ ਨਸ਼ਟ ਵੀ ਹੋ ਸਕਦੀਆਂ, ਪਰ ਪਲਾਸਟਿਕ ਤਾਂ ਨੁਕਸਾਨਦੇਹ ਹੈ। ਉਸ ਦੇ ਉਲਟ ਤੁਸੀਂ ਹੋਰ ਬੜਾ ਕੁਝ ਕਰ ਸਕਦੇ ਹੋ। ਜਿਵੇਂ ਸਾਡੇ, ਜਦੋਂ ਤੁਸੀਂ ਵੀ ਦੇਖਿਆ ਹੋਣਾ, ਜਦੋਂ ਨਿੱਕੇ ਨਿੱਕੇ ਹੁੰਦੇ ਸੀ ਸਾਡੇ ਘਰ 'ਚ ਬਜ਼ੁਰਗ ਔਰਤਾਂ, ਉਹ ਹਮੇਸ਼ਾ ਇੱਕ ਬੈਗ ਰੱਖਦੀਆਂ ਸੀ ਆਪਣੇ ਕੋਲ, ਜਦੋਂ ਕਿਤੇ ਬਾਹਰ ਕੋਈ ਸੌਦਾ ਪੱਤਾ ਲੈਣ ਜਾਣਾ ਹੋਵੇ। ਬਿਲਕੁਲ, ਹਾਂਜੀ। ਉਹ ਵਾਲਾ ਰਿਵਾਜ ਪੈਦਾ ਕਰੋ ਕਿ ਤੁਹਾਨੂੰ ਲਿਫਾਫਿਆਂ ਦੀ ਵੀ ਲੋੜ ਨਾ ਹੋਵੇ, ਜੀ, ਕਿ ਤੁਸੀਂ ਉਹਦਾ ਇਸਤੇਮਾਲ ਕਰੋ। ਤੁਸੀਂ ਮਤਲਬ ਜੇ ਕੋਈ ਥੋੜੇ ਰੂਟ ਤੇ ਜਾਣਾ ਤਾਂ ਬਾਈਕਿੰਗ ਕਰ ਲਓ, ਤੁਰ ਕੇ ਚੱਲ ਜਾਓ, ਜ਼ਰੂਰਤ ਨਹੀਂ ਕਿ ਹਰ ਥਾਂ ਤੁਸੀਂ ਕਾਰ ਚੁੱਕ ਕੇ ਤੁਰੇ ਫਿਰਨਾ। ਸੋ ਇਹ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਇਨਸਾਨ ਖੁਦ ਵੀ ਕਰ ਸਕਦਾ। ਇਹ ਤਾਂ ਹੋਈ ਕਿ ਤੁਹਾਡੇ ਕਾਰ ਵਿਹਾਰ 'ਚ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਨਾਲ ਵੱਡੇ ਉਜਾੜੇ ਦਾ ਕੁਛ ਨਾ ਕੁਛ ਪ੍ਰਭਾਵੀ ਉਸਦੀ ਹੋਵੇਗੀ। ਪਰ ਫਿਰ ਵੀ ਮੈਂ ਸਮਝਦਾ ਕਿ ਮਲਮ ਪੱਟੀ ਨਾਲੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਇਹਨਾਂ ਮੁੱਦਿਆਂ ਨਾਲ ਜੁੜ ਕੇ ਸਰਕਾਰਾਂ ਨੂੰ, ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਓ, ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ। ਜਿਹੜੀਆਂ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਨੇ, ਇਸ ਦੇ ਨਾਲ ਇੰਨੀ ਛੇਤੀ ਹੁਣ ਭਰਪਾਈ ਨਹੀਂ ਹੋਣੀ ਜਿੰਨਾ ਆਪਾਂ ਸੋਚ ਕੇ ਬੈਠੇ। ਕਿਉਂਕਿ ਜੇ ਗਲੇਸ਼ੀਅਰ ਦੀ ਮਿਸਾਲ ਲਈਏ ਤਾਂ ਅਸੀਂ ਆਲਰੇਡੀ ਉਸ ਪੁਆਇੰਟ ਤੇ ਪਹੁੰਚ ਚੁੱਕੇ ਕਿ ਉਸਦੀ ਵਾਪਸੀ ਨਹੀਂ ਹੋਣੀ। ਇਹ ਗਲੇਸ਼ੀਅਰ ਹੁਣ ਖੁਰਨੇ ਹੀ ਖੁਰਨੇ, ਸਾਡੇ ਵੇਖਦੇ ਗਲੇਸ਼ੀਅਰ ਨਹੀਂ ਰਹਿਣੇ। ਇਸ ਦੇ ਨਾਲ ਪੀਣ ਦੇ ਪਾਣੀ ਸੰਕਟ ਪੈਦਾ ਹੋਊਗਾ, ਬੜਾ ਕੁਝ ਹੋਊਗਾ, ਹੜ੍ਹ ਵੀ ਆਉਣਗੇ। ਪਰ ਜਿਹੜੇ ਬਾਕੀ ਦੇ ਸਵਾਲ ਨੇ ਜਿਨ੍ਹਾਂ ਦੇ ਕੁਝ ਹੋ ਸਕਦਾ, ਉੱਥੇ ਆਪਾਂ ਕੀ ਕਰ ਰਹੇ ਹਾਂ? ਜਿਹੜੀ ਆਮ ਲੋਕ ਹੈ, ਤੁਸੀਂ ਗਲੇਸ਼ੀਅਰ ਦਾ ਜ਼ਿਕਰ ਕੀਤਾ ਗੁਰਪ੍ਰੀਤ ਜੀ, ਗਲੇਸ਼ੀਅਰ ਨੂੰ ਲੈ ਕੇ ਜਿਹੜੀ ਇੱਕ ਰਿਪੋਰਟ ਵੀ ਆਈ ਹੈ ਵੀ ਬੜੀ ਤੇਜ਼ੀ ਦੇ ਨਾਲ ਗਲੇਸ਼ੀਅਰ ਜਿਹੜੇ ਨੇ ਉਹ ਪਿਘਲ ਰਹੇ ਨੇ, ਉਹਨੂੰ ਲੈ ਕੇ ਕਿੱਥੇ ਕਿੱਥੇ ਇਫੈਕਟ ਹੋ ਰਹੇ ਨੇ ਜਾਂ ਹੋ ਸਕਦੇ ਆ, ਮੇਰੇ ਖਿਆਲ ਦੇ ਵਿੱਚ ਹਰ ਆਮ ਇਨਸਾਨ ਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ। ਸੋ ਤੁਸੀਂ ਥੋੜਾ ਜਿਹਾ ਮੈਨੂੰ ਪਲੀਜ਼ ਇਹਦੇ ਸੰਬੰਧੀ ਦੱਸ ਸਕਦੇ ਹੋ ਵੀ ਜਦੋਂ ਇਹ ਗਲੇਸ਼ੀਅਰ ਦੀ ਰਿਪੋਰਟ ਆਉਂਦੀ ਹੈ ਤਾਂ ਲੋਕ ਜੇ ਚਿੰਤਾ ਵੀ ਕਰਨ ਤਾਂ ਕੀ ਸੋਚ ਕੇ ਚਿੰਤਾ ਕਰਨ ਉਹਦੇ ਤੇ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਸਾਨੂੰ এনवायरमेंट ਜਿਹੜਾ ਕਿੱਧਰ ਨੂੰ ਸਾਡਾ ਜਾ ਰਿਹਾ, ਉਹਦੇ ਲਈ ਕੀ ਕਰਨਾ ਚਾਹੀਦਾ ਹੈ, ਉਹ ਕੀ ਹਮਲਾ ਮਾਰਨ, ਸਰਕਾਰਾਂ ਤੱਕ ਕੀ ਗੱਲ ਪਹੁੰਚਾਉਣ, ਆਪਣੇ ਤੌਰ ਦੇ ਉੱਤੇ ਕਿੱਦਾਂ ਦੇ ਸੈਮੀਨਾਰ ਕਰਨ, ਆਪਣੇ ਤੌਰ ਦੇ ਉੱਤੇ ਉਹ ਸਾਰਿਆਂ ਨੂੰ ਜਾਗਰੂਕ ਕਰਨ ਦੇ ਲਈ ਕੀ ਕੋਸ਼ਿਸ਼ਾਂ ਜਿਹੜੀਆਂ ਕਰਨ? ਦੇਖੋ, ਜਦੋਂ ਕੋਵਿਡ-19 ਆਇਆ ਸੀ ਨਾ, ਤਾਂ ਇੱਕ ਗੱਲ ਇਹ ਹੋਈ ਕਿ ਹਵਾਈ ਜਹਾਜ਼ ਉੱਡਣੇ ਬੰਦ ਹੋ ਗਏ, ਫੈਰੀਆਂ ਚੱਲਣੀਆਂ ਬੰਦ ਹੋ ਗਈਆਂ। ਉਸ ਦੇ ਨਾਲ ਕੁਝ ਵਾਤਾਵਰਣ ਨੂੰ ਰਾਹਤ ਮਿਲੀ ਸੀਗੀ, ਕੁਝ ਕਾਰਬਨ ਐਮਿਸ਼ਨ ਘਟ ਗਿਆ ਸੀਗਾ। ਉਹ ਆਪਣੇ ਆਪ 'ਚ ਇੱਕ ਕੁਦਰਤ ਵੱਲੋਂ, ਉਹ ਜਦੋਂ ਫੋਟੋਜ਼ ਵੀ ਜਦੋਂ ਲਈਆਂ ਜਾਂਦੀਆਂ ਸੀ ਤੇ ਬਹੁਤ ਕਲੀਅਰ ਵਾਤਾਵਰਣ ਉਦੋਂ ਨਜ਼ਰ ਆਉਂਦਾ ਸੀਗਾ। ਕੁਦਰਤ ਵੱਲੋਂ ਇੱਕ ਸੁਨੇਹਾ ਸੀ ਇਨਸਾਨ ਨੂੰ ਕਿ ਤੁਸੀਂ ਥੋੜਾ ਜਿਹਾ ਸੰਭਲ ਜਾਓ, ਥੋੜਾ ਜਿਹਾ ਠਰਮੇ ਨਾਲ ਚੱਲੋ। ਪਰ ਉਹ ਠਰਮਾ ਹੁਣ ਕਿੱਥੇ ਹੈ? ਜੋ ਸਾਰਾ ਕੁਝ ਖੁੱਲਿਆ, ਮੁੜ ਕੇ ਫਿਰ ਉਹੀ ਰੂਟੀਨ ਬਣ ਗਿਆ। ਪਰ ਇੱਕ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੁਣ ਇੰਨਾ ਫਾਸਟ ਗੁਰਪ੍ਰੀਤ ਜੀ ਜ਼ਮਾਨਾ ਹੈ, ਟੈਕਨੋਲੋਜੀ ਦੇ ਵਿੱਚ ਅਸੀਂ ਜੀ ਰਹੇ ਹਾਂ, ਡਿਵੈਲਪਮੈਂਟ ਵੀ ਮੁੱਦਾ ਹੈ। ਸੋ ਇੱਕ ਪਾਸੇ ਨੋ ਡਾਊਟ ਉਹਨਾਂ ਚੀਜ਼ਾਂ ਨੂੰ ਵੀ ਫੋਕਸ ਕਰਨਾ ਹੈ। ਸੋ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜਦੋਂ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਦੂਜੀਆਂ ਕੰਟਰੀਜ਼ ਦੇ ਨਾਲ ਜਿਹੜਾ ਕੰਪੀਟੀਸ਼ਨ ਵੀ ਹੈ ਔਰ ਇਹ ਦੇਖਣਾ ਕਿ ਸਾਡੀ ਕੰਟਰੀ ਨੂੰ ਬੈਟਰ ਕਿਵੇਂ ਬਣਾਇਆ ਜਾ ਸਕਦਾ ਹੈ, ਤਾਂ ਉਦੋਂ ਡਿਵੈਲਪਮੈਂਟ ਸਭ ਤੋਂ ਵੱਡਾ ਜਿਹੜਾ ਟੌਪਿਕ ਰਹਿੰਦਾ ਹੈ। ਹੁਣ ਇੱਕ ਪਾਸੇ ਸਰਕਾਰਾਂ ਨੂੰ ਨੋ ਡਾਊਟ ਅਸੀਂ ਇਹ ਚੀਜ਼ ਤਾਂ ਕਹਿ ਰਹੇ ਹਾਂ ਵੀ ਉਹ ਇਹ ਕਰਨ, ਪਰ ਡਿਵੈਲਪਮੈਂਟ ਵੱਲ ਵੀ ਉਹਨਾਂ ਨੇ ਧਿਆਨ ਦੇਣਾ। ਸੋ ਡਿਵੈਲਪਮੈਂਟ ਤੇ ਕੁਦਰਤ ਦੋਨਾਂ ਨੂੰ ਇਕੱਠੇ ਬਹਾਲ ਰੱਖਿਆ ਜਾ ਸਕਦਾ? ਦੇਖੋ, ਕੁਦਰਤ ਨਾਲ ਤਾਂ ਇਨਸਾਨ ਦਾ ਮੱਥਾ ਬੜੇ ਚਿਰ ਤੋਂ ਲੱਗਿਆ ਹੋਇਆ। ਇਹ ਤਾਂ ਹੈ ਨਹੀਂ ਕਿ ਤੁਸੀਂ ਮਤਲਬ ਕੁਦਰਤ ਦੇ ਨਿਯਮਾਂ ਨੂੰ ਚੈਲੰਜ ਨਹੀਂ ਕਦੇ ਕੀਤਾ। ਜਦੋਂ ਤੁਸੀਂ ਅੱਗ ਤਿਆਰ ਕੀਤੀ, ਜਦੋਂ ਤੁਸੀਂ ਉੱਡਣਾ ਸ਼ੁਰੂ ਕੀਤਾ, ਇਹ ਸਾਰਾ ਕੁਝ ਕੁਦਰਤ ਦੇ ਨਿਯਮਾਂ ਨੂੰ ਚੈਲੰਜ ਸੀਗਾ ਇੱਕ ਤਰੀਕੇ ਦਾ, ਪਰ ਉਸ ਦੀ ਵੀ ਕੋਈ ਸੀਮਾ ਹੁੰਦੀ ਹੈ। ਹੁਣ ਕਈ ਥਾਵਾਂ ਤੇ ਕੁਦਰਤ ਦੇ ਨਿਯਮਾਂ ਨੂੰ ਬਦਲਣ ਦੀ ਲੋੜ ਨਹੀਂ, ਉੱਥੇ ਖਾਮ-ਖਾਮ ਬਦਲਿਆ ਜਾ ਰਿਹਾ। ਹੁਣ ਤਾਂ ਜੀਓ ਇੰਜੀਨੀਅਰਿੰਗ ਦੀ ਗੱਲਾਂ ਚੱਲ ਪਈਆਂ ਕਿ ਕਿਸੇ ਤਰੀਕੇ ਨਾਲ ਆਰਟੀਫੀਸ਼ੀਅਲ ਢੰਗ ਨਾਲ ਬਾਰਿਸ਼ਾਂ ਕਿਵੇਂ ਲਿਆਈਆਂ ਜਾਣ, ਉਸਦੇ ਦੂਰਨ ਦੇਸ਼ ਸਿੱਟੇ ਕੀ ਨਿਕਲਣੇ, ਇਨਸਾਨ ਨੂੰ ਉਹਦੇ ਬਾਰੇ ਸੋਚੇ। ਹੁਣ ਜਿਹੜੀ ਜਿੱਥੇ ਮੀਂਹ ਨਹੀਂ ਆ ਰਿਹਾ, ਧੱਕੇ ਨਾਲ ਤੁਸੀਂ ਮੀਂਹ ਲਿਆਉਣ ਦੀ ਕੋਸ਼ਿਸ਼ ਕਰੋ, ਠੀਕ ਹੈ ਨਾ, ਉਹਦੇ ਨਾਲ ਕੀ ਨੁਕਸਾਨ ਹੋਊਗਾ, ਇਹ ਗੱਲ ਸੋਚਣ ਵਾਲੀ ਹੈ। ਸੋ ਜੀਓ ਇੰਜੀਨੀਅਰਿੰਗ ਤੱਕ ਇਨਸਾਨ ਪਹੁੰਚ ਚੁੱਕਿਆ। ਉਸ ਤੋਂ ਵੱਡੀ ਚੁਣੌਤੀ ਇਹ ਆ ਰਹੀ, ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ, ਕਈ ਸੱਜੇ ਪੱਖੀ ਪਾਰਟੀਆਂ ਜਿਹੜੀਆਂ ਕਿ ਕਲਾਈਮੇਟ ਚੇਂਜ ਦੀ ਜਿਹੜੀ ਇਸ ਸਮੱਸਿਆ ਨੂੰ ਤਾਂ ਝੂਠ ਮੰਨਦੇ ਆ। ਉਹ ਤਾਂ ਕਹਿੰਦੇ ਸਮੱਸਿਆ ਹੈ ਹੀ ਨਹੀਂ, ਮਨੁੱਖ ਨੇ ਖੜੀ ਨਹੀਂ ਕੀਤੀ, ਇਹ ਤਾਂ ਕੁਦਰਤੀ ਵਰਤਾਰਾ, ਇਸ ਨੂੰ ਚੱਲੋ।
ਕਿਉਂਕਿ ਉਹ ਸੋ ਕਾਲ ਡਿਵੈਲਪਮੈਂਟ ਜਿਹੜਾ ਮਾਡਲ ਪ੍ਰਚਾਰਦੇ ਆ ਉਸ ਨੂੰ ਫਿੱਟ ਪੈਣ ਦੀ ਗੱਲ ਹੈ ਵਾਲੀ। ਬਿਲਕੁਲ ਹਾਂ। ਸੋ ਪਹਿਲੀ ਗੱਲ ਡਿਵੈਲਪਮੈਂਟ ਦੀ ਗੱਲ ਜਿਹੜਾ ਕਰ ਰਿਹਾ, ਪਹਿਲਾਂ ਤਾਂ ਸਾਨੂੰ ਡਿਵੈਲਪਮੈਂਟ ਦਾ ਮਾਡਲ ਵੇਖਣਾ ਚਾਹੀਦਾ ਬਾਰੀਕੀ ਦੇ ਨਾਲ ਕਿ ਕੀ ਸੱਚਮੁੱਚ ਇਹ ਜਿਸ ਨੂੰ ਡਿਵੈਲਪਮੈਂਟ ਕਹਿ ਰਹੇ ਆ ਉਸ ਦਾ ਲੋਕਾਂ ਨੂੰ ਫਾਇਦਾ ਹੈ ਜਾਂ ਨਹੀਂ ਹੈ। ਡਿਵੈਲਪਮੈਂਟ ਦੇ ਨਾਂ ਤੇ ਤਾਂ ਇਹ ਪਾਈਪਲਾਈਨਾਂ ਕੱਢੀਆਂ ਜਾ ਰਹੀਆਂ ਕੈਨੇਡਾ ਦੇ ਵਿੱਚ ਮੂਲ ਵਾਸੀਆਂ ਦੀ ਜੱਦੀ ਧਰਤੀ ਤੋਂ, ਉਹਨਾਂ ਦਾ ਉਜਾੜਾ ਕਰਕੇ। ਹਿੰਦੁਸਤਾਨ ਵਿੱਚ ਵੀ ਡਿਵੈਲਪਮੈਂਟ ਦੇ ਨਾਂ ਤੇ ਕਈ ਆਦੀਵਾਸੀ ਇਲਾਕਿਆਂ ਵਿੱਚ ਕਿੰਨਾ ਕੁਝ ਚੱਲ ਰਿਹਾ ਜਿਸ ਦੇ ਚਲਦੇ ਉੱਥੇ ਲੋਕ ਹਥਿਆਰਬੰਦ ਲੜਾਈ ਲੜਨ ਲਈ ਮਜਬੂਰ ਹੋ ਗਏ ਨੇ ਅੱਜ। ਔਰ ਜਿਹੜੇ ਲੋਕ ਉਹਨਾਂ ਦੇ ਖਿਲਾਫ ਬੋਲਦੇ ਉਹਨਾਂ ਨੂੰ ਕਿਸੇ ਨੂੰ ਮਾਓਇਸਟ ਕਹਿ ਦਿਓ, ਕਿਸੇ ਨੂੰ ਕੁਝ ਕਹਿ ਕੇ ਜੇਲ੍ਹ ਸੁੱਟ ਦਿਓ। ਇੱਥੋਂ ਤੱਕ ਹੀ ਰਿਪੋਰਟਾਂ ਆ ਚੁੱਕੀਆਂ ਸੰਸਾਰ ਪੂਰੇ ਦੀ ਗੱਲ ਕਰਦਾ, ਇਕੱਲੇ ਹਿੰਦੁਸਤਾਨ ਦੀ ਨਹੀਂ, ਜਿਹਨਾਂ ਨੂੰ ਅਸੀਂ ਲੈਂਡ ਡਿਫੈਂਡਰਸ ਕਹਿੰਦੇ ਆ ਸੰਸਾਰ ਭਰ ਵਿੱਚ, ਜਿੱਥੇ ਜਿੱਥੇ ਕਾਰਪੋਰੇਟ ਲੁੱਟ ਚੱਲ ਰਹੀ ਹੈ, ਜ਼ਮੀਨਾਂ ਨੂੰ ਹਥਿਆਇਆ ਜਾ ਰਿਹਾ ਡਿਵੈਲਪਮੈਂਟ ਦੇ ਨਾਂ ਤੇ, ਜਿੱਥੇ ਜਿੱਥੇ ਲੋਕ ਖੜੇ ਹੋਏ ਨੇ ਮੁੱਖ ਤੌਰ ਤੇ ਉਹ ਆਦੀਵਾਸੀ ਲੋਕ ਨੇ ਸੰਸਾਰ ਭਰ ਦੇ ਵਿੱਚ। ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਉਹਨਾਂ ਦੇ ਤਸ਼ੱਦਦ ਹੋਏ ਨੇ, ਉਹਨਾਂ ਨੂੰ ਜੇਲ੍ਹਾਂ ਸੁੱਟਿਆ ਗਿਆ। ਸੋ ਇਹ ਅਸੀਂ ਲੈਂਡ ਡਿਫੈਂਡਰ ਨੂੰ ਇਸ ਤਰੀਕੇ ਨਾਲ ਪੇਸ਼ ਆ ਰਹੇ ਹਾਂ ਡਿਵੈਲਪਮੈਂਟ ਦੇ ਨਾਂ ਤੇ, ਜਿਹੜੇ ਕੁਦਰਤ ਨਾਲ ਗਹਿ ਗੱਚ ਨੇ, ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਬਹੁਤ ਵੱਡੀ ਸਮੱਸਿਆ ਵਾਲੀ ਜੀ। ਡਿਵੈਲਪਮੈਂਟ ਦੇ ਨਾਂ ਤੇ ਤੁਸੀਂ ਇਦਾਂ ਨਹੀਂ ਕਰ ਸਕਦੇ ਕਿ ਕੁਹਾੜਾ ਫੇਰ ਕੇ ਤੁਸੀਂ ਆਪਣੇ ਹਿਸਾਬ ਨਾਲ ਚਲਾਓ। ਡਿਵੈਲਪਮੈਂਟ ਦਾ ਮਤਲਬ ਇਹ ਹੁੰਦਾ ਕਿ ਦੇਖੋ ਡਿਵੈਲਪਮੈਂਟ ਇਸ ਤਰ੍ਹਾਂ ਵੀ ਹੈ। ਹੁਣ ਕਿਊਬਾ ਦੀ ਮਿਸਾਲ ਮੈਂ ਦੇਣੀ ਚਾਹੁੰਦਾ। ਹਾਂਜੀ। ਕਿਊਬਾ ਦੇ ਵਿੱਚ ਉਹਨਾਂ ਨੇ ਡਿਵੈਲਪਮੈਂਟ ਇੰਨੀ ਕਰਤੀ ਕਿ ਉਹਨਾਂ ਨੇ ਇੰਨੇ ਡਾਕਟਰ ਪੈਦਾ ਕਰਦੇ ਕਿ ਦੂਜੇ ਦੇਸ਼ਾਂ ਵਿੱਚ ਲੋੜ ਪੈਂਦੀ ਡਾਕਟਰ ਭੇਜੇ ਜਾਂਦੇ। ਕਿ ਬਾਕੀ ਦੇ ਡਿਵੈਲਪ ਕੰਟਰੀਜ਼ ਵਿੱਚ ਨੇ ਇਹੋ ਜਿਹੀ ਕੋਈ ਮਿਸਾਲ ਕਾਇਮ ਕੀਤੀ? ਇੱਥੇ ਤਾਂ ਹਾਲਾਤ ਇਹ ਨੇ, BC ਵਰਗੇ ਸੂਬੇ ਦੀ ਗੱਲ ਕਰੋ, ਅੱਜ ਦੀ ਰਿਪੋਰਟ ਆ ਔਸਤਨ 1 ਘੰਟਾ ਤੁਹਾਨੂੰ ਵਾਕਿੰਗ ਕਲੀਨਿਕ 'ਚ ਇੰਤਜ਼ਾਰ ਕਰਨਾ ਪੈਂਦਾ ਆਪਣੀ ਵਾਰੀ ਲਈ। ਐਗਜ਼ੈਕਟਲੀ ਹਾਂ। ਸੋ ਇਹ ਕਾਹਦੀ ਡਿਵੈਲਪਮੈਂਟ ਆ? ਜੀ। ਡਿਵੈਲਪਮੈਂਟ ਦਾ ਮਤਲਬ ਹੈ ਲੋਕਾਂ ਨੂੰ ਰਾਹਤ ਦਿਵਾਉਣੀ, ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨੀਆਂ, ਨਾ ਕਿ ਗਗਨਚੁੰਬੀ ਇਮਾਰਤਾਂ ਬਣਾਉਣੀਆਂ ਜਾਂ ਮਹਿੰਗੀਆਂ ਕਾਰਾਂ ਦਾ ਇੱਕ ਮਤਲਬ ਹੜ ਲਿਆਉਣਾ ਜਾਂ ਉਸ ਦਾ ਕੰਪੀਟੀਸ਼ਨ ਚਲਾਉਣਾ। ਸੋ ਇਹ ਡਿਵੈਲਪਮੈਂਟ ਦੇ ਉੱਤੇ ਵੀ ਸਾਨੂੰ ਸਵਾਲ ਕਰਨੇ ਪੈਣਗੇ। ਡਿਵੈਲਪਮੈਂਟ ਦੇ ਨਾਂ ਤੇ ਕਈ ਗੱਲਾਂ ਹੋ ਰਹੀਆਂ ਜਿਸ ਦੀ ਲੋੜ ਨਹੀਂ ਹੈ। ਮਾਡਲ ਵਿੱਚ ਨੁਕਸ। ਜੀ ਗੁਰਪ੍ਰੀਤ ਜੀ, ਕਈ ਰਿਪੋਰਟਸ ਇੱਦਾਂ ਦੇ ਵੀ ਆਈਆਂ ਜਿੱਥੇ ਅਸੀਂ ਦੇਖਿਆ ਵੀ ਪਾਣੀ ਦੇ ਵਿੱਚ ਜਿਹੜੀਆਂ ਮੱਛੀਆਂ ਨੇ, ਗਰਮ ਪਾਣੀ ਦੀਆਂ, ਠੰਡੇ ਪਾਣੀ ਦੀਆਂ, ਉਹਨਾਂ ਨੂੰ ਵੀ ਬੜੇ ਤਰ੍ਹਾਂ ਦੇ ਬਦਲਾਅ ਉਹਨਾਂ ਦੇ ਵਿੱਚ ਆ ਰਹੇ ਨੇ। ਜਿਹੜੇ ਪਾਣੀ ਦੇ ਅੰਦਰ ਰਹਿਣ ਵਾਲੇ ਜੀਵ ਨੇ ਉਹ ਤਬਾਹ ਹੋ ਰਹੇ ਨੇ। ਪੰਛੀ ਜਿਹੜੇ ਨੇ ਉਹ ਵਿਚਾਰੇ ਵੀ ਕਿਤੇ ਨਾ ਕਿਤੇ ਉਹਨਾਂ ਦੀ ਵੀ ਤਬਾਹੀ ਹੋ ਰਹੀ ਹੈ। ਸੋ ਇਹਨਾਂ ਵੱਲ ਕਿਸੇ ਦਾ ਧਿਆਨ ਲੱਗਦਾ ਕੀ ਹੋ ਸਕਦਾ ਹੈ, ਜਾਂ ਫਿਰ ਕੋਈ ਡਿਵੈਲਪਿੰਗ ਖਬਰ ਇਹ ਆ ਰਹੀ ਹੈ ਵੀ ਇਹ ਚੀਜ਼ਾਂ 'ਤੇ ਗੌਰ ਕਰਕੇ ਕੁਛ ਇੱਦਾਂ ਦਾ ਲਿਆਂਦਾ ਜਾ ਰਿਹਾ ਜਿਹਦੇ ਨਾਲ ਉਹ ਸੁਰੱਖਿਅਤ ਰਹਿ ਸਕਣ? ਦੇਖੋ BC ਵਿੱਚ ਤਾਂ ਇੱਕ ਰਿਪੋਰਟ ਪਿੱਛੇ ਨਜ਼ਰ ਹੋਈ ਸੀ ਕਿ ਜਿਹੜਾ ਸਾਡਾ ਫੂਡ ਮੈਨਿਊ ਹੈ ਰੈਸਟੋਰੈਂਟਾਂ ਵਿੱਚ ਉਹ ਕਾਫੀ ਚੇਂਜ ਹੋਇਆ ਓਵਰ ਦੀ ਈਅਰਸ, ਜਿਸ ਦਾ ਮਤਲਬ ਹੈ ਕਿ ਜਿਹੜੀ ਮੱਛੀਆਂ ਖਾਸ ਕਿਸਮ ਦੀਆਂ ਜਿਹੜੀਆਂ ਨਹੀਂ ਸਨ ਇੱਥੇ ਉਪਲਬਧ ਉਹ ਹੁਣ ਮਿਲਦੀਆਂ ਨੇ। ਓਕੇ। ਜਿਵੇਂ ਹੁਣ ਸੈਮਨ ਮੱਛੀ ਉਸ ਨੂੰ ਕਹਿੰਦੇ ਠੰਡੇ ਪਾਣੀ ਦੀ ਲੋੜ ਆ, ਪਰ ਸਾਡੇ ਇਸ ਇਲਾਕੇ ਦੇ ਵਿੱਚ BC ਵਿੱਚ ਜਿੱਥੇ ਹੁਣ ਜਦੋਂ ਬਰਫ਼ ਖੁਰ ਜਾਏਗੀ ਸਾਰੀ, ਪਾਣੀ ਆਪਣੇ ਆਪ ਘਟ ਜਾਊਗਾ ਜਾਂ ਪਾਣੀ ਤੱਤਾ ਹੋ ਜਾਊਗਾ ਤਾਂ ਉਹਦਾ ਤਾਪਮਾਨ ਵਧੂਗਾ, ਤਾਂ ਸੈਮਨ ਲਈ ਉੱਥੇ ਉਸਦਾ ਜੀਣਾ ਬਹੁਤ ਔਖਾ ਹੋ ਜਾਣਾ। ਓਕੇ। ਸੋ ਇਹ ਇੱਥੋਂ ਦੇ ਸਮੁੰਦਰੀ ਪਾਣੀ ਵਿੱਚ ਉਹ ਜਿਹੇ ਹੁਣ ਜੀਵ ਜੰਤੂ ਆਉਣ ਲੱਗ ਪਏ ਜਿਹੜੇ ਪਹਿਲਾਂ ਨਹੀਂ ਸੀਗੇ, ਕਿਉਂਕਿ ਕਈ ਥਾਵਾਂ ਤੇ ਤਾਪਮਾਨ ਦੇ ਵਿੱਚ ਬਹੁਤ ਤਬਦੀਲੀਆਂ ਆਈਆਂ ਨੇ ਬਹੁਤ ਤੇਜ਼ੀ ਨਾਲ। ਸੋ ਇਹ ਸਾਨੂੰ ਗੱਲਾਂ ਇਹ ਦੱਸਦੀਆਂ ਨੇ ਕਿ ਇਹ ਕੁਦਰਤ ਦਾ ਸੁਨੇਹਾ ਤੁਹਾਨੂੰ ਕਿ ਤੁਹਾਡੇ ਆਲੇ ਦੁਆਲੇ ਜਿਹੜੀ ਖੁਰਾਕ ਜਿਹੜੀ ਤੁਸੀਂ ਆ ਰਹੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀਆਂ ਹੋਈਆਂ, ਮੁਹਾਂਦਰਾ ਕਿਵੇਂ ਧਰਤੀ ਦਾ ਚੇਂਜ ਹੋ ਗਿਆ, ਤਾਪਮਾਨ ਦੇ ਵਧਣ ਨਾਲ ਕਿਹੜੇ ਕਿਹੜੇ ਜੀਵ ਜੰਤੂ ਲੁਪਤ ਹੋ ਗਏ, ਕਿਹੜੇ ਜੀਵ ਜੰਤੂ ਜਿਹੜੇ ਸੀਗੇ ਜਿਹੜੇ ਤੁਹਾਡੇ ਆਲੇ ਦੁਆਲੇ ਨਹੀਂ ਸੀ ਹੁੰਦੇ ਅੱਜ ਉਹ ਆਉਣ ਲੱਗ ਪਏ ਨੇ ਇੱਧਰ, ਕਿਉਂਕਿ ਉਸ ਦਾ ਪਾਣੀ ਦਾ ਤਾਪਮਾਨ ਬਦਲ ਗਿਆ। ਸੋ ਇਹ ਗੱਲਾਂ ਜਿਹੜੀਆਂ ਦੱਸਦੀਆਂ ਕਿ ਜੇ ਤੁਸੀਂ ਨਹੀਂ ਇਹਨਾਂ ਸਮੱਸਿਆਵਾਂ ਤੇ ਗੌਰ ਕੀਤਾ ਅੱਜ ਤੇ ਲੰਮੇ ਸਮੇਂ ਲਈ ਇਹ ਬਹੁਤ ਚੰਗੇ ਸੰਦੇਸ਼ ਹੈ ਨਹੀਂ, ਕਿਉਂਕਿ ਅੱਜ ਤਾਂ ਦੇਖੋ ਖੁਰਾਕ ਸੰਕਟ ਵੀ ਜਿਹੜਾ ਇਹ ਵੀ ਕਲਾਈਮੇਟ ਚੇਂਜ ਨਾਲ ਜੁੜਿਆ ਹੋਇਆ ਜੀ। ਜੇ ਕਲਾਈਮੇਟ ਚੇਂਜ ਦੇ ਚਲਦੇ ਆ ਖੇਤੀ ਬਾੜੀ ਨਸ਼ਟ ਹੁੰਦੀ ਹੈ, ਸਾਡੀ ਬਨਸਪਤੀ ਨਸ਼ਟ ਹੁੰਦਾ, ਤਾਂ ਖੁਰਾਕ ਸੰਕਟ ਤੇ ਪੈਦਾ ਹੋਣਾ ਲਾਜ਼ਮੀ ਜੀ। ਫਿਰ ਇਹ ਵੀ ਦੇਖੋ ਕਿ ਜਿਹੜੇ ਲੋਕ ਡੇਅਰੀ ਦੇ ਉੱਤੇ ਨਿਰਭਰ ਨੇ, ਫਿਸ਼ਰੀ ਤੇ ਨਿਰਭਰ ਨੇ, ਉਹਨਾਂ ਲਈ ਕਿੰਨੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਜੀ। ਸੋ ਇਹ ਸਾਰੀਆਂ ਗੱਲਾਂ ਦੱਸਦੀਆਂ ਕਿ ਇਹ ਸਮੱਸਿਆ ਹੁਣ ਇੱਕ ਧਿਰੀ ਸਮੱਸਿਆ ਨਹੀਂ ਆਵਲੀ, ਇਹ ਕੋਈ ਸਿਰਫ ਹਿੱਪੀਆਂ ਦੀ ਸਮੱਸਿਆ ਨਹੀਂ ਕਿ ਸਿਰਫ ਉਹੀ এনवायरमेंट ਦੀ ਗੱਲ ਕਰਨ ਤੇ ਉਹਨਾਂ ਦੀ ਗੱਲ ਨੂੰ ਹਾਸੇ 'ਚ ਪਾਤਾ ਜਾਵੇ। ਅੱਜ ਸਾਰੀ ਲੁਕਾਈ ਲਈ ਬਹੁਤ ਵੱਡਾ ਖਤਰਾ। ਅੱਜ ਦੇਖੋ ਖੁਰਾਕ ਕਿੰਨੀ ਮਹਿੰਗੀ ਹੋ ਗਈ, ਕੈਨੇਡਾ ਵੀ ਮਹਿੰਗਾਈ ਕਿੰਨੀ ਵੱਧ ਗਈ ਹੈ, ਇੱਥੋਂ ਤੱਕ ਕਿ ਕਈ ਲੋਕ ਫੂਡ ਬੈਂਕਾਂ ਤੇ ਜਾਣ ਲਈ ਨਿਰਭਰ ਹੋ ਗਏ ਨੇ। ਔਰ ਇੱਥੋਂ ਹੀ ਆਈ ਥਿੰਕ ਸਭ ਤੋਂ ਵੱਡਾ ਅੰਦਾਜ਼ਾ ਲੱਗਦਾ ਕਿ ਸਾਡੀ ਸਿਹਤ ਜਿਹੜੀ ਹੈ, ਖਾਂਸੀ ਜ਼ੁਕਾਮ, ਇਹ ਆਈ ਥਿੰਕ ਰੂਟੀਨ ਦਾ ਸਾਡਾ ਜਿਹੜਾ ਉਹ ਪਾਰਟ ਬਣ ਚੁੱਕਿਆ। ਅਸੀਂ ਕਦੀ ਇਹਨਾਂ ਚੀਜ਼ਾਂ ਦੇ ਵੱਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਸਾਡੇ ਬਦਲਾਅ ਕੀ ਆ ਰਹੇ ਨੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ। ਉਹੀ ਚੀਜ਼ ਹੈ ਜਿਹੜੀ ਅਸੀਂ ਖਾ ਰਹੇ ਹਾਂ, ਪਰ ਉਹ ਹੁਣ ਜਿਹੜੇ ਆ ਇਸ ਸਮੇਂ ਦੇ ਵਿੱਚ ਉਹ ਸਾਨੂੰ ਕਿੱਦਾਂ ਮੁਹੱਈਆ ਹੋ ਰਹੀ ਹੈ ਜਾਂ ਉਹ 'ਚ ਕੀ ਚੇਂਜਸ ਆ ਰਹੇ, ਅਸੀਂ ਉਹਦੇ ਵੱਲ ਕਦੀ ਗੌਰ ਹੀ ਨਹੀਂ ਕੀਤਾ। ਗੁਰਪ੍ਰੀਤ ਜੀ, ਯਾਦ ਹੈ ਕਿ ਪਹਿਲਾਂ ਦੇ ਲੋਕ ਜਦੋਂ ਪਾਣੀ ਵੀ ਪੀਂਦੇ ਸੀ ਤੇ ਘੜੇ ਦਾ ਪਾਣੀ ਠੰਡਾ ਹੁੰਦਾ ਸੀ, ਫ੍ਰਿਜ ਦਾ ਪਾਣੀ ਨਹੀਂ ਪੀਂਦੇ ਸੀਗੇ, ਔਰ ਉਹਨਾਂ ਨੂੰ ਲੱਗਦਾ ਸੀ ਉਹ ਜਿੰਨਾ ਮਿੱਟੀ ਦੇ ਭਾਂਡੇ ਦੇ ਵਿੱਚ ਪਾਣੀ ਰੱਖ ਕੇ ਪੀਣਾ, ਤਾਂਬੇ ਦੀ ਬੋਤਲ ਦੇ ਵਿੱਚ ਪਾਣੀ ਪੀਣਾ, ਉਹ ਸਾਰੀਆਂ ਚੀਜ਼ਾਂ ਨੂੰ ਉਹ ਬਹੁਤ, ਔਰ ਅੱਜ ਵੀ ਉਹ ਲੋਕ ਉਹੀ ਕਰਦੇ ਨੇ ਜਿਹੜੇ ਪੁਰਾਣੇ ਬਜ਼ੁਰਗ ਨੇ, ਸਿਆਣੇ। ਸਾਡੇ ਘਰਾਂ ਦੇ ਵਿੱਚ ਵੀ ਕਈ ਸਿਆਣੇ ਬਜ਼ੁਰਗ ਇੱਦਾਂ ਦੇ ਜਿਹੜੇ ਅੱਜ ਵੀ ਉਹ ਕਹਿੰਦੇ ਫ੍ਰਿਜ ਦਾ ਅਸੀਂ ਪਾਣੀ ਨਹੀਂ ਪੀਣਾ, ਔਰ ਫਿਲਟਰ ਦਾ ਤਾਂ ਬਿਲਕੁਲ ਹੀ ਨਹੀਂ, ਕਿਉਂਕਿ ਫਿਲਟਰ ਵੀ ਨੋ ਡਾਊਟ ਕਿ ਉਹਦੇ ਵਿੱਚ ਵੀ ਪਲਾਸਟਿਕ ਕਿਤੇ ਨਾ ਕਿਤੇ ਉਹ ਹੁੰਦਾ।
ਸੋ ਇਹ ਚੀਜ਼ਾਂ ਉਹਨਾਂ ਨੂੰ ਅੱਜ ਵੀ ਇੰਨਾ ਤੰਦਰੁਸਤ ਰੱਖਦੀਆਂ ਨੇ, ਉਹਨਾਂ ਨੂੰ ਖਾਂਸੀ ਜ਼ੁਕਾਮ ਨਹੀਂ ਲੱਗਦੇ ਜਿੰਨਾ ਸਾਨੂੰ ਯੰਗ ਜਨਰੇਸ਼ਨ ਨੂੰ ਜਾਂ ਅੱਜ ਦੀ ਜਿਹੜੀ ਸਾਡੀ ਜਨਰੇਸ਼ਨ ਨੂੰ ਸਾਰਿਆਂ ਨੂੰ ਇਹ ਲੱਗ ਰਹੀਆਂ। ਸੋ ਕਿਤੇ ਨਾ ਕਿਤੇ ਤਬਦੀਲੀਆਂ ਤਾਂ ਚਲੋ ਨੋ ਡਾਊਟ ਕਿ ਸਮਾਂ ਹੁਣ ਜਿੱਧਰ ਨੂੰ ਜਾ ਰਿਹਾ, ਚੀਜ਼ਾਂ ਉਹ ਘਟਦੀਆਂ ਜਾ ਰਹੀਆਂ ਨੇ, ਖਤਮ ਹੁੰਦੀਆਂ ਜਾ ਰਹੀਆਂ ਨੇ, ਨਵੀਆਂ ਪੈਦਾ ਹੁੰਦੀਆਂ ਜਾ ਰਹੀਆਂ ਨੇ। ਹੁਣ ਅਜਿਹੇ ਦੇ ਵਿੱਚ ਹਰ ਘਰ ਦੇ ਲਈ ਇਹ ਚੀਜ਼ਾਂ ਪੋਸੀਬਲ ਤਾਂ ਹੈ ਨਹੀਂ ਹੈ ਕਿ ਹੁਣ ਉਹ ਘੜੇ ਲੱਭਦੇ ਫਿਰਨ ਜਾਂ ਫਿਰ ਉਹ ਇੱਦਾਂ ਦੀਆਂ ਚੀਜ਼ਾਂ ਲੱਭਦੇ ਫਿਰਨ। ਤੇ ਫਿਰ ਅਜਿਹੇ ਦੇ ਵਿੱਚ ਆਮ ਜ਼ਿੰਦਗੀ ਦੇ ਵਿੱਚ ਗੁਰਪ੍ਰੀਤ ਜੀ ਕੀ ਚੇਂਜਸ ਲਿਆਂਦੇ ਜਾ ਸਕਦੇ ਨੇ ਜਿਹੜੇ ਘਰਾਂ ਦੇ ਵਿੱਚ ਆਮ ਖਾਣ ਪੀਣ ਦੀ ਸਾਡੀ ਫਿਤਰਤ ਨੂੰ ਬਦਲ ਸਕਣ? ਦੇਖੋ ਸ਼ਹਿਰੀ ਗੱਲ ਇਸ ਤਰ੍ਹਾਂ ਕਿ ਜਿਹੜਾ ਜਦੋਂ ਪੀਣ ਦੇ ਪਾਣੀ ਦੀ ਆਪਾਂ ਗੱਲ ਸ਼ੁਰੂ ਕਰ ਲੈਂਦੇ ਹਾਂ, ਇੱਕ ਸਮਾਂ ਸੀ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀਗੇ, ਨਹਿਰਾਂ ਦੇ ਨਾਲ ਜਿਹੜੀ ਟੂਟੀਆਂ ਨਲਕੇ ਲੱਗੇ ਹੁੰਦੇ ਸੀ ਉਹਨਾਂ ਦਾ ਪਾਣੀ ਪੀਂਦੇ ਸੀ, ਉਹ ਤੁਹਾਡੀ ਕਾਲਜੇ ਨੂੰ ਵੀ ਠੰਡ ਪਾਉਂਦਾ ਸੀ। ਅੱਜ ਦੀ ਤਰੀਕ 'ਚ ਉਹ ਸਮਾਂ ਨਹੀਂ ਰਿਹਾ। ਬਿਲਕੁਲ, ਉਹ ਅੱਜ ਲੋਕ ਸਾਨੂੰ ਕੌਸ਼ਨ ਕਰਦੇ ਕਿ ਤੁਸੀਂ ਉਹ ਪਾਣੀ ਨਾ ਪੀਓ। ਜਿਹੜੀਆਂ ਸਰਕਾਰਾਂ ਲੋਕਾਂ ਨੂੰ ਪੀਣ ਦਾ ਪਾਣੀ ਮੁਹੱਈਆ ਨਹੀਂ ਕਰਾ ਸਕੀਆਂ ਜਾਂ ਪੀਣ ਦੇ ਕੁਦਰਤੀ ਸੋਮੇ ਉਹ ਇੰਨੇ ਗੰਦਲੇ ਹੋ ਜਾਣ, ਤਾਂ ਕਿਹੜੀ ਡਿਵੈਲਪਮੈਂਟ ਦੀ ਗੱਲ ਕਰ ਰਹੀਆਂ? ਪਹਿਲਾਂ ਤਾਂ ਸਵਾਲ ਇਹ ਵੀ ਪੈਦਾ ਹੁੰਦਾ ਨਾ, ਆਪਾਂ ਡਿਵੈਲਪਮੈਂਟ ਦੀ ਗੱਲਾਂ ਤੇ ਬਹੁਤ ਕਰਦੇ ਹਾਂ ਕਿ ਡਿਵੈਲਪਮੈਂਟ, ਪਰ ਡਿਵੈਲਪਮੈਂਟ ਤੋਂ ਕੀ ਭਾਵ? ਜੇ ਪੀਣ ਦਾ ਪਾਣੀ ਤੁਹਾਡੇ ਕਿਸੇ ਮੁਲਕ ਦੇ ਵਿੱਚ ਚੱਜ ਦਾ ਨਹੀਂ ਰਿਹਾ, ਪੀਣ ਦਾ ਪਾਣੀ ਜਿਹੜਾ ਕੁਦਰਤੀ ਤੌਰ ਤੇ ਜਿਹੜਾ ਸਾਨੂੰ ਟੂਟੀ 'ਚੋਂ ਮਿਲਣਾ ਚਾਹੀਦਾ, ਅੱਖਾਂ ਮੀਚ ਕੇ ਅਸੀਂ ਪੀ ਸਕੀਏ, ਜੇ ਅਸੀਂ ਉਹ ਨਹੀਂ, ਉੱਤੇ ਵਿਸ਼ਵਾਸ ਨਹੀਂ ਰਿਹਾ, ਤਾਂ ਫਿਰ ਕਾਹਦੀ ਡਿਵੈਲਪਮੈਂਟ? ਹੁਣ ਕਿਊਬਾ ਵਰਗਾ ਗਰੀਬ ਦੇਸ਼ ਹੁੰਦੇ ਆ, ਜਿਵੇਂ ਮਿਸਾਲ ਦੇ ਡਾਕਟਰਾਂ ਦੀ, ਪਰ ਉੱਥੇ ਇੱਕ ਗੱਲ ਹੋਰ ਵੀ ਆ, ਉੱਥੇ ਜਾਂਦੇ ਉਹ ਪਹਿਲਾਂ ਹੀ ਕਹਿੰਦੇ ਕਿ ਇੱਥੇ ਜਿਹੜੇ ਬਾਹਰੋਂ ਆਏ ਆ ਟੂਟੀ ਦਾ ਪਾਣੀ ਨਾ ਪੀਣ, ਆਪਣੀ ਬੋਤਲ ਦੇ ਪਾਣੀ ਦੇ ਉੱਤੇ ਤੁਹਾਨੂੰ ਨਿਰਭਰ ਹੋਣਾ ਪੈਣਾ, ਕਿਉਂਕਿ ਤੁਸੀਂ ਬਿਮਾਰ ਪੈ ਸਕਦੇ ਹੋ। ਹੁਣ ਉਹ ਗਰੀਬ ਦੇਸ਼ ਹੈ, ਪਰ ਜਿਹੜੇ ਸੋ ਕਾਲਡ ਅਮੀਰ ਦੇਸ਼ ਨੇ, ਉੱਥੇ ਹਾਲਾਤ ਇਹ ਨੇ, ਆਪਣੇ ਇਕੁਆਲਿਟੀ ਇਲਾਕੇ ਦੇ ਵਿੱਚ, ਇੱਥੋਂ ਦੀ ਮਿਊਨਿਸਪੈਲਿਟੀ ਹੈ ਕੈਨੇਡਾ ਦੀ, ਉੱਥੇ ਪੀਣ ਦਾ ਪਾਣੀ ਗੰਦਲਾ ਹੋ ਗਿਆ, ਮੂਲ ਵਾਸੀਆਂ ਦੇ ਇਲਾਕਿਆਂ 'ਚ ਪੀਣ ਦਾ ਪਾਣੀ ਗੰਦਲਾ ਹੋ ਗਿਆ। ਇਹ ਡਿਵੈਲਪਮੈਂਟ। ਸੋ ਇਹ ਜਿਹੜਾ ਵਾਤਾਵਰਨ ਦੇ ਨੁਕਸਾਨ, ਹਵਾ ਦੀ ਕੁਆਲਿਟੀ ਦਿਨੋਂ ਦਿਨ ਦੂਸ਼ਿਤ ਹੁੰਦੀ ਜਾ ਰਹੀ, ਇਮਿਊਨਿਟੀ ਉਸੇ ਕਰਕੇ ਘਟ ਰਹੀ ਹੈ, ਇਹ ਸਾਰੇ ਉਸ ਚੀਜ਼ ਦੇ ਸੰਕੇਤ ਨੇ। ਜੀ ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਟੀਵੀ ਦੀ ਪਲੀਜ਼ ਆਵਾਜ਼ ਘਟਾ ਦਿਓ, ਥੋੜਾ ਜਿਹਾ ਲਾਊਡ ਬੋਲਿਓ, ਤੁਹਾਡੀ ਆਵਾਜ਼ ਘੱਟ ਆ ਰਹੀ ਹੈ। ਟੀਵੀ ਦੀ ਆਵਾਜ਼ ਘੱਟੀ ਹੈ ਜੀ। ਹਾਂਜੀ ਹਾਂਜੀ, ਦੱਸੋ ਸਰ ਕੀ ਕਹਿਣਾ ਚਾਹੁੰਦੇ ਹੋ ਜੀ? ਆਪਣਾ ਗਰੁੱਪ ਜੀ ਬਹੁਤ ਵਧੀਆ ਗੱਲਬਾਤ ਕਰ ਰਹੇ ਨੇ। ਅੱਜ ਵਾਤਾਵਰਨ ਦੇ ਉੱਤੇ ਤੁਸੀਂ ਬਹੁਤ ਸੋਹਣਾ ਮੈਟਰ ਲੈ ਕੇ ਆਏ ਹੋ। ਹਾਂਜੀ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਜੀ ਕੈਨੇਡਾ ਦੀ ਜਾਂ ਦੂਜੇ ਕੰਟਰੀਆਂ ਦੀ, ਕਿਉਂਕਿ ਡਿਵੈਲਪਮੈਂਟ ਬਹੁਤ ਹੋ ਰਹੀ ਹੈ, ਦਰਖਤ ਬਹੁਤ ਕੱਟੇ ਜਾ ਰਹੇ ਨੇ, ਵਾਤਾਵਰਨ ਦੀ ਸ਼ੁੱਧਤਾ ਦੇ ਲਈ ਸਮੇਂ ਦੀ ਬਹੁਤ ਲੋੜ ਹੈ, ਤੇ ਅਦਰਵਾਈਜ਼ ਸਾਡੇ ਸਿਸਟਮ ਦੇ ਵਿੱਚ ਗਿਰਾਵਟ ਆ ਜਾਏਗੀ। ਜਿਸ ਤਰ੍ਹਾਂ ਕਹਿੰਦੇ ਵੀ ਮੱਛੀਆਂ ਵੀ ਮਰ ਰਹੀਆਂ, ਹੋਰ ਵੀ ਕਈ ਤਰ੍ਹਾਂ ਦੇ ਲੋਕਾਂ ਦੇ ਜਿੱਦਾਂ ਤੁਸੀਂ ਕਹਿੰਦੇ ਖੰਘ ਜ਼ੁਕਾਮ ਕੋਈ ਏਦਾਂ ਦੇ ਆ ਰਹੇ ਨੇ, ਇਹ ਸਾਰਾ ਵਾਤਾਵਰਨ ਦੀ ਜਿਹੜੀ ਸ਼ੁੱਧਤਾ ਘਟ ਰਹੀ ਹੈ, ਕਾਰਨ ਨਹੀਂ ਹੈ। ਤੁਸੀਂ ਜ਼ਿਆਦਾ ਕੈਨੇਡਾ ਦੇ ਵਿੱਚ ਸਰਦੀ ਜ਼ਿਆਦਾ ਪੈਂਦੀ ਹੈ, ਕਈ ਇਲਾਕਿਆਂ ਦੇ ਵਿੱਚ ਜਿੱਦਾਂ ਵੈਨਕੂਵਰ ਵੱਲ ਬਾਰਿਸ਼ਾਂ ਜ਼ਿਆਦਾ ਪੈਂਦੀਆਂ ਨੇ, ਟੋਰਾਂਟੋ ਵੱਲ ਸਰਦੀ ਬਹੁਤ ਪੈਂਦੀ ਹੈ। ਇੱਕ ਦਰਖਤ ਹੈ ਜਾਂ ਬੂਟਾ ਹੈ, ਉਹਨੂੰ ਪਾਲਣ ਪੋਸ਼ਣ ਦੇ ਵਿੱਚ ਕਹਿੰਦੇ ਵੀ ਗਰਮੀ, ਹਵਾ, ਪਾਣੀ, ਤਿੰਨਾਂ ਚੀਜ਼ਾਂ ਦੀ ਬਹੁਤ ਲੋੜ ਹੈ। ਇਹ ਚੀਜ਼ਾਂ ਪੱਛਮੀ ਮੁਲਕਾਂ ਦੇ ਵਿੱਚ ਘੱਟ ਹੈ, ਪਰ ਅਸੀਂ ਜੇ ਤੁਸੀਂ ਚੰਡੀਗੜ੍ਹ ਦੀ ਗੱਲ ਕੀਤੀ, ਤੁਸੀਂ ਚੰਡੀਗੜ੍ਹ ਦਾ ਹਰਿਆਲੀ ਬਹੁਤ ਹੈ, ਹਰ ਸੈਕਟਰ ਦੇ ਤੁਹਾਨੂੰ, ਕਿਉਂਕਿ ਇੱਥੇ ਪਾਣੀ ਵੀ ਮਿਲ ਰਿਹਾ ਬਰਾਬਰ, ਇਹਨੂੰ ਬਰਾਬਰ ਹਵਾ ਵੀ ਮਿਲ ਰਹੀ ਹੈ, ਬਰਾਬਰ ਗਰਮੀ ਵੀ ਮਿਲ ਰਹੀ ਹੈ। ਹਰ ਜਿਹੜਾ ਇੱਕ ਇਨਸਾਨ ਹੈ, ਇਨਸਾਨ ਨੂੰ ਵੀ, ਕਿਉਂਕਿ ਵਿਟਾਮਿਨ ਡੀ ਘੱਟ ਜਾਂਦਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ, ਕਿਉਂਕਿ ਇੱਥੇ ਧੁੱਪ ਨਹੀਂ ਮਿਲਦੀ ਪ੍ਰੋਪਰ। ਦਵਾਈਆਂ ਖਾਂਦੇ ਹੋ, ਉਹ ਦਵਾਈਆਂ ਨੇਚਰਲ ਤਾਂ ਚੀਜ਼ ਨਹੀਂ ਹੁੰਦੀ, ਦਵਾਈਆਂ ਨਾਲ ਠੀਕ ਹੈ ਕੋਈ ਹੱਦ ਤੱਕ, ਪਰ ਜੋ ਨੇਚਰਲ ਚੀਜ਼ ਹੁੰਦੀ ਹੈ, ਜੇਕਰ ਧੁੱਪ ਹੈ, ਸਰੀਰ ਨੂੰ ਡੀ ਵਿਟਾਮਿਨ ਮਿਲਦਾ, ਇੱਥੇ ਦਰਖਤਾਂ ਨੂੰ ਵੀ ਚੀਜ਼ਾਂ ਮਿਲਣ ਚਾਹੀਦਾ। ਵੀ ਹਾਂ, ਬਹੁਤ ਵਧੀਆ ਗੱਲ ਕਰ ਰਹੇ ਨੇ ਗੁਰਪ੍ਰੀਤ ਜੀ, ਵੀ ਦਰਖਤ ਕੱਟੇ ਜਾ ਰਹੇ ਨੇ ਡਿਵੈਲਪਮੈਂਟ ਦੇ ਨਾਂ ਤੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਥੈਂਕ ਯੂ ਸਰ, ਥੈਂਕ ਯੂ ਸੋ ਮਚ ਜੀ। ਜੀ ਸੋ ਜਿਹੜੇ ਕਾਲਰ ਪਲੀਜ਼ ਕਾਲ ਕਰ ਰਹੇ ਸੀ ਵੈਨਕੂਵਰ ਤੋਂ, ਉਹ ਦੁਬਾਰਾ ਕਾਲ ਕਰ ਸਕਦੇ ਨੇ, ਕਾਲ ਨਾਲ ਦੀ ਨਾਲ ਉਹਨਾਂ ਦੀ ਵੀ ਅਟੈਂਡ ਕਰਾਂਗੇ। ਗੁਰਪ੍ਰੀਤ ਜੀ, ਜਿਵੇਂ ਕਿ ਹੁਣੇ ਆਪਣੇ ਜਿਹੜੇ ਕਾਲਰ ਸੀਗੇ, ਬੜੇ ਨੁਕਤਿਆਂ ਦੇ ਨਾਲ ਤੇ ਬੜੀ ਸੋਹਣੀ ਉਹਨਾਂ ਨੇ ਗੱਲ ਕੀਤੀ ਹੈ ਵੀ ਹਵਾ, ਪਾਣੀ ਜਿਸ ਤਰੀਕੇ ਨਾਲ ਚੇਂਜ ਹੁੰਦਾ ਜਾ ਰਿਹਾ ਹੈ, ਨੋ ਡਾਊਟ ਇੱਕ ਬੂਟੇ ਨੂੰ ਵੀ ਪਾਲਣ ਲਈ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ। ਚੰਡੀਗੜ੍ਹ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਕੀ ਉਹਨਾਂ ਦੇ ਕਾਲਰ ਦੀ ਗੱਲ ਤੇ ਤੁਸੀਂ ਕਹਿਣਾ ਚਾਹੋਗੇ? ਚੰਡੀਗੜ੍ਹ ਬਾਰੇ ਮੈਂ ਇੱਕ ਮਿਸਾਲ ਦੇਣੀ ਚਾਹੂੰਗਾ ਕਿ ਅੱਜ ਮੈਂ ਜਦੋਂ ਅਰਸਡੇ ਬਾਰੇ ਸਵੇਰੇ ਆਪਣਾ ਤਿਆਰੀ ਕਰਦਾ ਸੀ ਮਾੜੀ ਮੋਟੀ, ਨੇਕ ਚੰਦ ਮੈਨੂੰ ਬਹੁਤ ਯਾਦ ਆਇਆ ਜੀ, ਜਿਨ੍ਹਾਂ ਨੇ ਰੌਕ ਗਾਰਡਨ ਉੱਥੇ ਬਣਾਇਆ। ਹੁਣ ਟੁੱਟ ਭੱਜ ਜਿਹੜੀ ਰਹਿੰਦ ਖੂੰਹਦ ਉਹ ਸਾਰੀ ਇਕੱਠੀ ਕਰਕੇ ਉਹਨਾਂ ਨੇ ਕਲਾਕ੍ਰਿਤੀਆਂ 'ਚ ਤਬਦੀਲ ਕੀਤਾ। ਉਹ ਵੀ ਇੱਕ ਤਰੀਕਾ ਐਨਵਾਇਰਨਮੈਂਟ ਦੇ ਵਿੱਚ ਜਿਹੜਾ ਅਸੀਂ ਵੇਖ ਰਹੇ ਹਾਂ ਨਿਘਾਰ ਆ ਰਿਹਾ ਕਿ ਤੁਸੀਂ ਇਹੋ ਜਿਹੇ ਕੋਈ ਪਾਰਕ, ਇਹੋ ਜਿਹੇ ਕੋਈ ਆਰਟਿਸਟਿਕ ਕੰਮ ਡਿਵੈਲਪ ਕਰੋ ਜਿਸ ਨਾਲ ਸੋਝੀ ਵੀ ਪੈਦਾ ਹੋਵੇ ਕਿ ਜਿਹੜੀ ਵੇਸਟ ਅਸੀਂ ਕਰ ਰਹੇ ਹਾਂ ਕਿੱਧਰ ਜਾ ਰਹੀ ਹੈ। ਉਸ ਵੇਸਟ ਨੂੰ ਲੋਕੀ ਜਾ ਕੇ ਵੇਖਣ, ਇੱਕ ਕਲਾਕ੍ਰਿਤੀਆਂ 'ਚ ਤਬਦੀਲ ਕੀਤਾ ਗਿਆ,
ਧਰਤੀ ਨੂੰ ਬਚਾਉਣ ਦਾ ਜਾਂ ਵੇਸਟ ਨੂੰ ਬਚਾਉਣ ਦਾ ਢੰਗ ਦੀ ਹੈ। ਸੋ ਉਸ ਤੋਂ ਬਾਕੀ ਲੋਕ ਵੀ ਸਿੱਖਣ। ਇਹੋ ਜਿਹੀਆਂ ਬਹੁਤ ਗੱਲਾਂ ਛੋਟੀਆਂ ਛੋਟੀਆਂ ਕੀਤੀ ਜਾ ਸਕਦੀਆਂ। ਉਹ ਮਿਸਾਲ ਇਹ ਹੈ ਕਿ ਅਸੀਂ ਆਪਣੇ ਤੌਰ ਤੇ ਕੀ ਕਰ ਸਕਦੇ ਹਾਂ। ਬਿਲਕੁਲ। ਹੁਣ ਆਪਣੇ ਤੌਰ ਤੇ ਉਸਨੇ ਕੰਮ ਸ਼ੁਰੂ ਕੀਤਾ ਸੀਗਾ, ਬਾਅਦ 'ਚ ਉਹ ਜਦੋਂ ਰੌਲਾ ਪਿਆ ਕਿ ਵੀ ਇਹ ਖਾਮ-ਖਾ ਉਸ ਜੰਗਲ ਵਿੱਚ ਜਾ ਕੇ ਬਣਾ ਰਿਹਾ, ਤਾਂ ਵਿਰੋਧ ਵੀ ਉਸਦਾ ਹੋਇਆ, ਪਰ ਲੋਕ ਉਸ ਨਾਲ ਖੜੇ ਹੋ ਗਏ। ਗੱਲ ਕੋਈ ਨੁਕਸਾਨ ਨਹੀਂ ਸੀ ਕਰ ਰਿਹਾ, ਦਰਖਤਾਂ ਦੀ ਕਟਾਈ ਨਹੀਂ ਸੀ ਕਰ ਰਿਹਾ, ਉਹ ਤਾਂ ਸਿਰਫ ਕਲਾਕ੍ਰਿਤੀਆਂ ਬਣਾ ਰਿਹਾ ਸੀ। ਬਾਅਦ 'ਚ ਉਹ ਲੋਕ ਮੁਹਿੰਮ ਇੰਨੀ ਸਟਰੋਂਗ ਹੋਈ ਕਿ ਅੱਜ ਰੌਕ ਗਾਰਡਨ ਖਿੱਚ ਦਾ ਕੇਂਦਰ ਹੈ, ਪਰ ਉਹ ਸਾਡੇ ਲਈ ਸਿਖਾਉਂਦਾ ਬਹੁਤ ਕੁਛ ਹੈ। ਸਾਨੂੰ ਸਿੱਖਣ ਲਈ ਬੜਾ ਕੁਛ ਹੈ ਰੌਕ ਗਾਰਡਨ 'ਚ। ਸੋ ਮਿਸਾਲ ਸਾਡੇ ਕੋਲ ਹੈ ਕਿ ਅਸੀਂ ਇੰਡੀਵਿਜੂਅਲੀ ਬੜਾ ਕੁਛ ਕਰ ਸਕਦੇ ਹਾਂ। ਜਿਵੇਂ ਚੰਡੀਗੜ੍ਹ ਦੀ ਉਹਨਾਂ ਨੇ ਜਿਹੜੀ ਮਿਸਾਲ ਦਿੱਤੀ, ਤਾਂ ਮੇਰੇ ਦਿਮਾਗ 'ਚ ਇਹ ਗੱਲ ਆਈ। ਪਰ ਮੁੱਖ ਤੌਰ 'ਤੇ ਵੱਡਾ ਸਵਾਲ ਇਹ ਹੈ ਕਿ ਜਿਹੜੀਆਂ ਸਰਕਾਰਾਂ ਨੇ, ਜਿਨ੍ਹਾਂ ਨੂੰ ਜਵਾਬ ਦੇ ਬਣਾਉਣ ਦੀ ਲੋੜ ਹੈ, ਜਿਨ੍ਹਾਂ ਨੇ ਪਾਲਿਸੀਆਂ ਇਹੋ ਜਿਹੀਆਂ ਬਣਾਈਆਂ ਜਾਂ ਬਣਾ ਰਹੇ ਨੇ ਜਿਹਦਾ ਨੁਕਸਾਨ ਲੋਕਾਈ ਨੂੰ ਹੋ ਰਿਹਾ, ਉਸ ਦੇ ਉੱਤੇ ਅਸੀਂ ਉਹਨਾਂ ਨੂੰ ਜਵਾਬ ਦੇ ਬਣਾਉਣ ਦੀ ਕੋਸ਼ਿਸ਼ ਕਰੀਏ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ, ਮੇਰਾ ਪ੍ਰੋਗਰਾਮ ਲਈ ਤਾਂ ਨਹੀਂ ਹੈਗਾ ਫੋਨ। ਮੈਂ ਕਿ ਕੰਪਲੇਨ ਕਰਨੀ ਆ ਤੁਹਾਡੇ ਚੈਨਲ ਤੇ। ਇੱਕ ਪੰਜਾਂ ਪਿਆਰਿਆਂ ਦੀ ਫੋਟੋ ਹਰ ਵੇਲੇ ਸਿਰ ਭਾਰ ਹੁੰਦੀ, ਉਹਨੂੰ ਸਿੱਧੀ ਕਰੋ ਤੇ ਜਾਮੂ ਨੂੰ ਉੱਥੋਂ ਕੱਢੋ। ਜੀ ਠੀਕ ਹੈ ਜੀ। ਓਕੇ, ਸੋ ਇਹਦੇ ਵੱਲ ਹਜੇ ਸਾਡਾ ਨਹੀਂ ਧਿਆਨ, ਮੈਨੂੰ ਪਤਾ ਵੀ ਨਹੀਂ ਲੱਗਿਆ ਕਿਹੜੇ ਟੌਪਿਕ ਤੇ, ਪਰ ਅਸੀਂ ਗੌਰ ਜ਼ਰੂਰ ਕਰਾਂਗੇ, ਦੇਖਾਂਗੇ ਇਹਦੇ ਵਿੱਚ ਚੈਨਲ ਤੇ ਚੈੱਕ ਕਰਾਂਗੇ ਕੀ ਇਦਾਂ ਦਾ ਚੱਲ ਰਿਹਾ। ਗੁਰਪ੍ਰੀਤ ਜੀ, ਕਿਹੜੀ ਥੀਮ ਦੇ ਉੱਤੇ ਜਿਹੜਾ ਇਸ ਵਾਰ ਹੁਣ ਅਸੀਂ ਵਾਤਾਵਰਨ ਦੀ ਗੱਲ ਕਰ ਰਹੇ ਹਾਂ, ਸਾਂਭ ਸੰਭਾਲ ਦੀ ਗੱਲ ਕਰ ਰਹੇ ਹਾਂ, ਅਰਥ ਡੇ ਦੇ ਉੱਤੇ, ਕਿਹੜੇ ਥੀਮ ਦੇ ਉੱਤੇ ਤੁਹਾਨੂੰ ਲੱਗਦਾ ਵੀ ਕੈਨੇਡਾ ਨੂੰ, BC ਨੂੰ ਚੱਲਣ ਦੀ ਲੋੜ ਹੈਗੀ ਹੈ, ਜਿਹਦੇ ਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਕੇ ਅਸੀਂ ਜਲਦੀ ਇਸ ਕਹਿ ਰਹੇ ਗੰਦਲੇ ਜਿਹੜੇ ਵਾਤਾਵਰਨ ਤੋਂ ਬਾਹਰ ਆ ਸਕਦੇ ਹਾਂ ਔਰ ਇਹਨੂੰ ਸੁਰੱਖਿਅਤ ਹੁੰਦਾ ਦੇਖ ਸਕਦੇ ਹਾਂ? ਦੇਖੋ, ਮੈਂ ਮਹਿਸੂਸ ਕਰਦਾ, ਮੇਰੇ ਆਪਣੇ ਨਿੱਜੀ ਖਿਆਲ ਨੇ ਵਾਲੇ, ਕਿ ਜਿਵੇਂ ਹੁਣ ਪਿੱਛੇ ਜੇ ਮੂਲ ਵਾਸੀ ਬੱਚਿਆਂ ਦੀਆਂ ਕਬਰਾਂ ਲੱਭੀਆਂ ਔਰ ਉਹਨਾਂ ਦੇ ਪਿੰਜਰ ਲੱਭੇ, TRC ਦੀ ਗੱਲ ਕਾਫੀ ਹੋਈ ਕਿ ਸਾਨੂੰ ਮੂਲ ਵਾਸੀਆਂ ਨਾਲ ਸੰਬੰਧ ਸੁਧਾਰਨੇ ਚਾਹੀਦੇ ਨੇ। ਹੁਣ ਜਿਵੇਂ ਮਿਸਾਲ ਤੌਰ ਤੇ ਪੋਪ ਨੂੰ ਮਾਫੀ ਮੰਗਵਾਉਣ ਲਈ ਲੋਕ ਇੱਥੋਂ ਗਏ, ਪਰ ਇਹ ਸਾਰੇ ਦੀ ਗੱਲ ਦੇ ਵਿੱਚ ਜਿਹੜੀ ਸਿੱਖਣ ਵਾਲੀ ਗੱਲ ਹੈ ਕਿ ਮੂਲ ਵਾਸੀ ਜਿਹੜੇ ਨੇ ਕੁਦਰਤ ਨਾਲ ਗਹਿ ਗੱਚ ਨੇ। ਅਸੀਂ ਉਹਨਾਂ ਦੇ ਸੱਭਿਆਚਾਰ ਨੂੰ ਤਹਿਸ ਨਹਿਸ ਕੀਤਾ। ਰੈਡੀਸ਼ਨ ਸਕੂਲ ਖੋਲੇ ਇਸ ਨੁਕਤੇ ਤੋਂ ਕਿ ਵੀ ਅਸੀਂ ਇਹਨਾਂ ਨੂੰ ਸਿਖਾਉਣਾ। ਉਹ ਨਸਲੀ ਸੋਚ ਸੀਗੀ ਕਿ ਅਸੀਂ ਸੋਚਦੇ ਸੀ ਕਿ ਸਾਡੇ ਤੋਂ ਹੀਣੇ ਨੇ, ਛੋਟੇ ਨੇ, ਅਸੀਂ ਆਪਣੇ ਮੁਤਾਬਕ ਇਹਨਾਂ ਨੂੰ ਢਾਲਣਾ। ਉਹਦੇ ਲਈ ਖੋਲੇ ਗਏ, ਬਜਾਏ ਕਿ ਅਸੀਂ ਉਹਨਾਂ ਦੀ ਜਿਹੜੀ ਕੁਝ ਚੰਗੀਆਂ ਗੱਲਾਂ ਸੀਗੀਆਂ ਉਸ ਨੂੰ ਅਡਾਪਟ ਕਰਦੇ। ਜੇ ਅਸੀਂ ਸਿੱਖਿਆ ਹੁੰਦੀ, ਅਡਾਪਟ ਕੀਤੀ ਹੁੰਦੀ, ਅੱਜ ਜੋ ਨੁਕਸਾਨ ਧਰਤੀ ਦਾ ਹੋਇਆ ਇਹ ਨਹੀਂ ਸੀ ਹੋਣਾ। ਸੋ ਅੱਜ ਵੀ ਸਾਡੇ ਕੋਲ ਮੌਕਾ ਸੰਭਲ ਜਾਈਏ ਆਪਾਂ, ਜੇ TRC ਦੀ ਗੱਲ ਨੂੰ ਸਹੀ ਅਰਥਾਂ 'ਚ ਲੈਣਾ, ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਅਗਵਾਈ ਦਾ ਮੌਕਾ ਦਿਓ, ਉਹਨਾਂ ਤੋਂ ਕੁਝ ਸਿੱਖੋ। ਉਹਨਾਂ ਦੀਆਂ ਬਾਬਾਣੀਆਂ ਕਹਾਣੀਆਂ ਵਿੱਚੋਂ ਜਿਹੜੇ ਸੰਦੇਸ਼ ਨੇ ਕੁਦਰਤ ਨਾਲ ਇੱਕਮਿਕ ਹੋਣ ਦੇ, ਉਹਨਾਂ ਤੋਂ ਕੁਝ ਸਿੱਖ ਕੇ ਆਪਾਂ ਅੱਗੇ ਤੁਰੀਏ, ਧਰਤੀ ਨੂੰ ਬਚਾ ਲਈਏ। ਸੋ ਅੱਜ ਇਸ ਸਮਾਂ ਇਸ ਗੱਲ ਦੀ ਮੰਗ ਕਰਦਾ, ਮੇਰੇ ਹਿਸਾਬ ਨਾਲ ਤੇ ਆਹ ਥੀਮ ਬਣਦਾ। ਬਿਲਕੁਲ ਜੀ। ਗੁਰਪ੍ਰੀਤ ਜੀ, ਥੈਂਕ ਯੂ ਸੋ ਮਚ ਸ਼ੋਅ ਦੇ ਵਿੱਚ ਤੁਸੀਂ ਸਮਾਂ ਕੱਢਿਆ ਇਸ ਮੁੱਦੇ ਤੇ ਗੱਲਬਾਤ ਕਰਨ ਲਈ। ਮਿਹਰਬਾਨੀ, ਸ਼ੁਕਰੀਆ ਜੀ। ਸੋ ਅੱਜ ਅਰਥ ਡੇ ਹੈ ਔਰ ਅਰਥ ਡੇ ਦੇ ਉੱਤੇ ਅਸੀਂ ਵਾਤਾਵਰਨ ਦੀ ਗੱਲ ਕਰ ਰਹੇ ਸੀਗੇ, ਕਲਾਈਮੇਟ ਦੀ ਗੱਲ ਕਰ ਰਹੇ ਸੀ, ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ। 1970 ਤੋਂ ਜਿਹੜਾ ਅਮਰੀਕੀ ਸੈਨੇਟਰ ਨੇ ਚੀਜ਼ ਸ਼ੁਰੂ ਕੀਤੀ ਸੀਗੀ, ਜਿਸ 'ਚ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਜੁੜੇ ਸੀਗੇ। ਅੱਜ ਵੀ ਉਹ ਚੀਜ਼ਾਂ ਹੁੰਦੀਆਂ ਨੇ, ਇਸੇ ਥੀਮ ਦੇ ਉੱਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਨੇ। ਜਿੰਨਾ ਹੋ ਸਕਦਾ ਹੈ ਸਰਕਾਰਾਂ ਦੀ ਡਿਪੈਂਡੈਂਸੀ ਦੇ ਵਿੱਚੋਂ ਆਪਾਂ ਸਾਰੇ ਵੀ ਬਾਹਰ ਨਿਕਲੀਏ, ਆਪਣੇ ਤੌਰ ਦੇ ਉੱਤੇ ਜਿਹੜੀਆਂ ਕੋਸ਼ਿਸ਼ਾਂ ਅਸੀਂ ਕਰ ਸਕਦੇ ਹਾਂ ਉਹ ਵੀ ਜ਼ਰੂਰ ਕਰੀਏ, ਤਾਂ ਕਿ ਅਸੀਂ ਇਸ ਧਰਤੀ ਨੂੰ ਜਿਹੜਾ ਹੈ ਆਪਣੇ ਰਹਿਣ ਦੇ ਕਾਬਿਲ ਜਿਹੜਾ ਉਹ ਬਣਾ ਸਕੀਏ। ਅਸੀਂ ਇੱਕ ਸਿਹਤਮੰਦ, ਸੁਰੱਖਿਅਤ ਵਾਤਾਵਰਨ ਦੇ ਵਿੱਚ ਖੁਦ ਨੂੰ ਪਾਲੀਏ, ਜਿਹੜੇ ਅੱਗੇ ਆਪਣੀ ਆਉਣ ਵਾਲੀ ਹੈਗੀ ਹੈ ਜਨਰੇਸ਼ਨ, ਉਹਨਾਂ ਨੂੰ ਪਲਦੇ ਦੇਖੀਏ। ਸੋ ਰੁੱਖ ਲਗਾਓ। ਰੁੱਖ ਹਮੇਸ਼ਾ ਇੱਕ ਵੀ ਕਿਹਾ ਜਾਂਦਾ ਕਿ ਰੁੱਖ ਲਗਾਉਣੇ ਚੰਗੀ ਗੱਲ ਹੁੰਦੀ ਹੈ। ਰੁੱਖ ਤੁਹਾਨੂੰ ਛਾਂ ਵੀ ਦਿੰਦੇ ਨੇ ਤਪ ਦੀ ਧੁੱਪ ਤੋਂ, ਤੇ ਰੁੱਖ ਤੁਹਾਨੂੰ ਫਲ ਵੀ ਦਿੰਦੇ ਨੇ। ਸੋ ਜਿੰਨਾ ਹੋ ਸਕਦਾ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ, ਮਿਲ ਕੇ ਵਾਤਾਵਰਨ ਨੂੰ ਜਿਹੜਾ ਅਸੀਂ ਸਾਰੇ ਜ਼ਰੂਰ ਬਚਾ ਸਕਦੇ ਹਾਂ। ਆਪਣੇ ਤੌਰ ਦੇ ਉੱਤੇ ਸਾਰੇ ਕੋਸ਼ਿਸ਼ਾਂ ਜ਼ਰੂਰ ਕਰ ਸਕਦੇ ਹਾਂ। ਫਿਰ ਮਿਲਾਂਗੇ ਸੋਮਵਾਰ ਨੂੰ ਦ ਮਾਰਨਿੰਗ ਸ਼ੋਅ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।